ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੋਦ ਵਿੱਚ ਅਤਿਅੰਤ ਸ਼ਰਧਾ ਤੇ ਸਤਿਕਾਰ ਦੇ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। आओ इस समय ਨੂੰ ਸਫਲਾ ਕਰੀਏ। ਚੱਲ ਰਹੇ ਪਾਵਨ ਪ੍ਰਸੰਗਾਂ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਜਦੋਂ ਭਗਤ ਪ੍ਰਹਿਲਾਦ ਜੀ ਦਾ ਸੰਗ ਕਰਦੇ ਹੋਏ ਦੈਂਤਾਂ ਦੇ ਬੱਚੇ ਵੀ ਭਗਤੀ ਕਰਨ ਲੱਗ ਪਏ। ਇਸ ਗੱਲ ਦਾ ਪਤਾ ਸੰਡੇ ਵਰਕੇ ਨੂੰ ਲੱਗਿਆ। ਬਾਹੋਂ ਘੜੀਸ ਕਰਕੇ ਹਿਰਣਕਸ਼ਪ ਦੇ ਦਰਬਾਰ ਵਿੱਚ ਲਿਆ ਕੇ ਧੱਕਾ ਦੇ ਦਿੱਤਾ। ਦੈਂਤਾਂ ਦੇ ਰਾਜੇ ਹਿਰਣਕਸ਼ਪ ਕੋਲੇ ਆ ਕੇ ਦੱਸਿਆ, ਤੇਰਾ ਪੁੱਤਰ ਆਪ ਤੇ ਵਿਗੜਿਆ ਹੋਇਆ, ਸਾਡੇ ਬੱਚਿਆਂ ਨੂੰ ਵਿਗਾੜ ਰਿਹਾ। ਹਿਰਣਕਸ਼ਪ ਨੇ ਗੁੱਸੇ ਵਿੱਚ ਆ ਕੇ ਭਗਤ ਪ੍ਰਹਿਲਾਦ ਦੀ ਛਾਤੀ ਵਿੱਚ ਲੱਤ ਮਾਰੀ, ਬਦ ਦੁਆਵਾਂ ਦਿੱਤੀਆਂ। ਉਸ ਵੇਲੇ ਭਗਤ ਜੀ ਨੇ ਵੀ ਹਿਰਣਕਸ਼ਪ ਨੂੰ ਉਪਦੇਸ਼ ਦਿੱਤਾ, ਪਰ ਜਿਹਨੂੰ ਨੇ ਸੁਣ ਕੇ ਕ੍ਰੋਧ ਚੜਾ ਲਿਆ। ਕੱਢ ਕੇ ਤਲਵਾਰ ਕਹਿੰਦਾ, ਬੁਲਾ ਲਾ ਆਪਣੇ ਰੱਬ ਨੂੰ ਜੇ ਤੈਨੂੰ ਬਚਾ ਸਕਦਾ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸੁਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਈਏ ਸਾਂਝ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਮੈਂ ਤਬ ਗਿਰ ਅਲਾਈ, ਭਰਪੂਰਨ ਹੈ ਭਗਤ ਪ੍ਰਹਿਲਾਦ ਜੀ ਆਪਣੇ ਉਸ ਸਮੇਂ ਦਾ ਬਿਆਨ ਕਰਦੇ ਨੇ ਜਦੋਂ ਰਾਖਸ਼ਾਂ ਦੇ ਰਾਜੇ ਤੇ ਮੇਰੇ ਪਿਤਾ ਹਿਰਣਕਸ਼ਪ ਨੇ ਤਲਵਾਰ ਧੂ ਕੇ ਆਖਿਆ, ਦੱਸ ਤੇਰਾ ਰੱਬ ਰਾਮ ਕਿੱਥੇ ਹੈ। ਪ੍ਰਹਿਲਾਦ ਜੀ ਆਖਣ ਲੱਗੇ, ਉਹ ਸਾਰੀਆਂ ਥਾਵਾਂ ਤੇ ਹੈ। ਉਹ ਜੜ ਵਿੱਚ ਵੀ ਹੈ ਤੇ ਜੰਗਮ ਵਿੱਚ ਵੀ ਹੈ। ਜੜ ਤੋਂ ਭਾਵ ਜੋ ਚੀਜ਼ਾਂ ਚੱਲਦੀਆਂ ਫਿਰਦੀਆਂ ਨਹੀਂ, ਪੱਥਰ, ਰੁੱਖ,
ਤੇ ਜੰਗਮ ਉਹਨਾਂ ਨੂੰ ਕਹਿੰਦੇ ਆ ਜੋ ਚੱਲਣ ਫਿਰਨ ਵਾਲੀਆਂ ਨੇ, ਜਿਨ੍ਹਾਂ ਵਿੱਚ ਰੂਹ ਹੁੰਦੀ। ਮੈਂ ਆਖ ਦਿੱਤਾ ਪਿਤਾ ਜੀ, ਉਹ ਜੜ ਵਿੱਚ ਵੀ ਹੈ, ਜੰਗਮ ਵਿੱਚ ਵੀ ਹੈ, ਹਰ ਇੱਕ ਵਸਤੂ ਵਿੱਚ, ਹਰ ਥਾਂ ਤੇ ਉਹ ਆਪ ਵਸਦਾ ਹੈ। ਉਹ ਕਦੇ ਵੀ ਕਿਸੇ ਤੋਂ ਦੂਰ ਨਹੀਂ। ਜਦ ਜਦ ਉਹਦਿਆਂ ਭਗਤਾਂ ਪਿਆਰਿਆਂ ਨੂੰ ਉਹਦੀ ਜ਼ਰੂਰਤ ਹੁੰਦੀ ਹੈ, ਉਹ ਆਣ ਖੜਾ ਹੁੰਦਾ ਏ। ਇਹ ਬਹੀਨ ਕੋ ਠਾਨ ਨਾ ਜੜ ਜੰਗਮ ਮੈਂ ਪਿਖਾਨਾ ਸੁਨਾ। ਉਹਦੇ ਤੋਂ ਬਗੈਰ ਕੋਈ ਥਾਂ ਐਸੀ ਨਹੀਂ ਜਿੱਥੇ ਉਹ ਰਾਮ ਨਾ ਵਸਦਾ ਹੋਵੇ। ਕੋਈ ਚੀਜ਼ ਬਣੀ ਹੀ ਨਹੀਂ ਜਿਹਦੇ ਵਿੱਚ ਉਹ ਨਾ ਹੋਵੇ। ਭਗਤ ਜੀ ਕਹਿੰਦੇ ਮੇਰੇ ਬਚਨਾਂ ਨੂੰ ਸੁਣ ਸੁਣ ਕੇ ਪਿਤਾ ਮੇਰਾ ਗੁੱਸੇ ਵਿੱਚ ਆ ਕੇ ਦੁਖੀ ਹੋ ਰਿਹਾ ਸੀ, ਕਿਉਂਕਿ ਉਹਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਤੈਨੂੰ ਕਿਸੇ ਹੋਰ ਨੇ ਨਹੀਂ ਮਾਰਨਾ, ਮੈਂ ਹੀ ਜੰਮਿਆ ਸੀ ਤੇ ਮੈਂ ਹੀ ਮਾਰਾਂਗਾ। ਤੇਰਾ ਕਾਲ ਮੈਂ ਆ, ਜੇ ਤੈਨੂੰ ਤੇਰਾ ਰਾਮ ਰੱਖਦਾ ਹੈ ਅੱਜ ਰੱਖ ਕੇ ਵੇਖ ਲਵੇ। ਕਹਿਤ ਜੇ ਹੈ ਜੜ ਜੰਗਮ ਮਾਹੀ ਇਹ ਸਤੰਭ ਮਹਿਦੀ ਸਤ ਨਾਹੀ। ਉਸ ਵੇਲੇ ਮੇਰੀਆਂ ਗੱਲਾਂ ਨੂੰ ਸੁਣ ਕੇ ਹਿਰਨਕਸ਼ਿਪ ਨੇ ਮਖੌਲ ਵਿੱਚ ਹਾਸਾ ਪਾਇਆ। ਕਹਿੰਦਾ ਮੂਰਖ ਬੱਚਿਆ, ਤੇਰਾ ਰਾਮ ਸਾਰੀਆਂ ਥਾਵਾਂ ਤੇ ਹੀ ਹੈ। ਮੈਂ ਕਿਹਾ ਜੀ ਕੋਈ ਸ਼ੱਕ ਨਹੀਂ, ਸਭ ਥਾਵਾਂ ਤੇ ਹੈ। ਤੂੰ ਕਹਿਣਾ ਇਹ ਜੜ ਵਿੱਚ ਵੀ ਹੈ ਤੇ ਜੰਗਲ ਵਿੱਚ ਵੀ ਹੈ। ਮੈਂ ਕਿਹਾ ਜੀ ਬਿਲਕੁਲ ਹੈ। ਹਰਨਾਕਸ਼ ਕਹਿੰਦਾ ਉਹ ਸਾਹਮਣੇ ਵਾਲੇ ਥੰਮ ਵਿੱਚ ਹੈ। ਸਤੰਭ ਭਾਵ ਪਿੱਲਰ, ਜਿਵੇਂ ਆ ਪਿੱਲਰ ਲੱਗੇ ਆ ਨਾ, ਉਹਦਾ ਦਰਬਾਰ ਇੰਨਾ ਵੱਡਾ ਸੀ ਵੀ ਪਿੱਲਰਾਂ ਦੇ ਸਹਾਰਿਆਂ ਦੇ ਨਾਲ ਬਹੁਤ ਦੂਰ ਤੱਕ ਦੀਵਾਨ ਸੀ, ਕੰਧ ਨਹੀਂ ਸੀ ਹੁੰਦੀ ਵਿੱਚ। ਬੜੇ ਹੰਕਾਰ ਵਿੱਚ ਹੱਸ ਕੇ ਕਹਿੰਦਾ ਹੈ ਇਹ ਤੇ ਪੱਥਰ ਹੈ। ਲੱਕੜਾਂ ਨੇ ਲਹੂ ਪੀਤਾ। ਵੀ ਇਸ ਥੰਮ ਵਿੱਚ ਉਹ ਦਿਸੇਗਾ। ਭਗਤ ਜੀ ਨੇ ਹੱਸ ਕੇ ਉਸ ਪਿੱਲਰ ਵੱਲ ਵੇਖਿਆ, ਉਸ ਥੰਮ ਵੱਲ ਵੇਖਿਆ, ਮੁਸਕਰਾ ਕੇ ਆਖਣ ਲੱਗੇ ਪਿਤਾ ਇਸ ਥੰਮ ਦੀ ਗੱਲ ਛੱਡ, ਥੰਮ ਤੇ ਤੁਰਦੀ ਕੀੜੀ ਵਿੱਚ ਵੀ ਵਸਦਾ। ਆਖੋ ਸਤਨਾਮ ਹਰ ਥਾਂ ਤੇ। ਕਹਿੰਦੇ ਹੱਸਿਆ ਦੈਂਤਾਂ ਵਾਂਗੂ, ਹੈ ਤੇ ਰਾਖਸ਼ ਹੀ ਹੈ, ਹੰਕਾਰਿਆ ਹੋਇਆ। ਕਹਿੰਦਾ ਨਹੀਂ ਪ੍ਰਹਿਲਾਦ, ਤੂੰ ਦੇਰੀ ਕਰਦਾ ਹੈ, ਤੂੰ ਵਕਤ ਦੀ ਬਰਬਾਦੀ ਕਰਦਾ ਹੈ। ਜੇ ਮੈਂ ਆਪਣੀ ਆਈ ਤੇ ਆਇਆ ਤੈਨੂੰ ਕਿਸੇ ਬਚਾਉਣਾ ਨਹੀਂ। ਬ੍ਰਿਥਾ ਵਕਤ ਬਾਲਕ ਮਤ ਮੰਦੇ ਅਬ ਹੀ ਕਰੂੰ ਤਬ ਸੀਸ ਨਿਕੰਦੇ। ਕਹਿੰਦਾ ਉਹ ਮੂਰਖ ਬੱਚਿਆ, ਤੂੰ ਆਪਣਾ ਵਕਤ ਅਜ਼ਾਈ ਗਵਾ ਰਿਹਾ ਹੈ, ਬਰਬਾਦ ਕਰਦਾ ਏ। ਤੇਰਾ ਰੱਬ ਮੇਰੀ ਕਚਹਿਰੀ ਚ ਨਹੀਂ ਵੜ ਸਕਦਾ, ਨਾ ਹੀ ਮੈਨੂੰ ਕੋਈ ਮਾਰ ਸਕਦਾ, ਪਰ ਮੈਂ ਤੈਨੂੰ ਆਪਣੀ ਤਲਵਾਰ ਦੇ ਨਾਲ ਮੌਤ ਦੇ ਘਾਟ ਜ਼ਰੂਰ ਉਤਾਰ ਸਕਦਾ, ਜ਼ਰੂਰ। ਭਗਤ ਜੀ ਕਹਿੰਦੇ ਮੈਂ ਵੀ ਹੱਸਿਆ ਉੱਥੇ, ਫਿਰ ਭਾਵੇਂ ਮੈਨੂੰ ਪਤਾ ਮੇਰੀ ਮੌਤ ਸਾਹਮਣੇ ਖੜੀ ਹੈ। ਸੱਚੀ ਆਨੰਦ ਵਿੱਚ ਹੱਸਣ ਵਾਲਿਆਂ ਨੂੰ ਕਦੇ ਮੌਤ ਨਹੀਂ ਡਰਾਉਂਦੀ। ਉੱਤੇ ਫਾਂਸੀਆਂ ਦੇ ਰੱਸਿਆਂ ਨੂੰ ਹੱਸ ਕੇ ਚੁੰਮ ਲੈਂਦੇ ਨੇ ਜਿਹੜੇ ਮੌਤ ਤੋਂ ਨਹੀਂ ਡਰਦੇ। ਮੌਤ ਤੋਂ ਡਰਨ ਵਾਲੇ ਬਿਸਤਰਿਆਂ ਵਿੱਚ ਪਏ ਵੀ ਡਰੀ ਜਾਂਦੇ ਆ, ਜਿਨ੍ਹਾਂ ਨੂੰ ਖੌਫ ਸਤਾਉਂਦਾ। ਭਗਤ ਜੀ ਕਹਿੰਦੇ ਜਦੋਂ ਮੈਂ ਕਹਿ ਦਿੱਤਾ ਨਾ ਮੇਰਾ ਰੱਬ ਇੱਥੇ ਵੀ ਹੈ, ਇਸ ਸਭਾ ਤੋਂ ਬਾਹਰ ਵੀ ਹੈ, ਤੇਰੇ ਵਿੱਚ ਵੀ ਹੈ, ਇਸ ਥੰਮ ਦੇ ਵਿੱਚ ਵੀ ਹੈ। ਕਹਿੰਦੇ ਇਹ ਗੱਲਾਂ ਉਹਨੂੰ ਚੰਗੀਆਂ ਨਹੀਂ ਲੱਗੀਆਂ। ਰਾਖਸ਼ ਭੜਕ ਕੇ ਕਹਿੰਦਾ ਬੁਲਾ ਤੇਰੇ ਰਾਮ ਨੂੰ।
ਭਗਤ ਜੀ ਕਹਿੰਦੇ ਮੈਂ ਉਸੇ ਵੇਲੇ ਉੱਚੀ ਆਵਾਜ਼ ਵਿੱਚ ਆਖਿਆ ਰਾਮ ਰਾਮ ਰਾਮ। ਮੈਂ 3 ਵਾਰ ਉਸ ਪਤੀ ਪਰਮੇਸ਼ਵਰ ਵਾਹਿਗੁਰੂ ਨੂੰ ਆਵਾਜ਼ ਮਾਰੀ ਹੈ। ਇੱਕ ਨਾਸਤਕ, ਇੱਕ ਪਾਪੀ ਪੁਰਸ਼ ਆਪਣੇ ਹੰਕਾਰ ਵਿੱਚ ਕਹਿੰਦਾ ਤੇਰਾ ਰੱਬ ਹੋਵੇ ਤੇ ਆਵੇ। ਰੱਬ ਨਾਮ ਦੀ ਚੀਜ਼ ਕੋਈ ਨਹੀਂ। ਕਹਿੰਦੇ ਮੈਂ ਸਿਰਫ ਪਿਆਰ ਵਿੱਚ ਆਵਾਜ਼ ਮਾਰੀ, ਸੱਚੇ ਪਾਤਸ਼ਾਹ ਇਹਦੇ ਹੱਥ ਵਿੱਚ ਤਲਵਾਰ ਹੈ, ਤਲਵਾਰ ਚੱਲਣ ਵਿੱਚ ਦੇਰੀ ਕਿ ਤੇਰੇ ਆਉਣ ਵਿੱਚ ਦੇਰੀ। ਆਖੋ ਸਤਿਨਾਮ। ਭਗਤ ਜੀ ਕਹਿੰਦੇ ਮੇਰੇ ਦਿਲ ਦੀ ਇਹ ਆਵਾਜ਼ ਸੀ। ਦੋਨਾਂ ਚੋਂ ਕੌਣ ਵੱਡਾ ਹੈ? ਇਹ ਜਨਮ ਦੀ ਤਲਵਾਰ ਜਦ ਤੇਰੇ ਆਉਣ ਵਿੱਚ ਵਕਤ ਜ਼ਿਆਦਾ ਆਏ। ਮੈਂ ਨਿਸ਼ਚੈ ਧਰ ਹਿਰਦੈ ਵਸਿਖੋ, ਕਹਿਓ ਥੰਬ ਦਿਸ ਭਲ ਬਿਦ ਦੇਖੋ। ਤੇ ਮੈਂ ਹੱਸ ਕੇ ਫਿਰ ਭਰੋਸਾ ਜਤਾ ਕੇ ਪ੍ਰਮਾਤਮਾ ਤੇ ਆਪਣੇ ਪਿਤਾ ਨੂੰ ਕਿਹਾ ਵੇਖ ਉਸ ਥੰਮ ਵੱਲ ਨਿਸ਼ਚਾ ਕਰਕੇ ਨਜ਼ਰ ਆਉਂਦਾ ਕਿ ਨਹੀਂ, ਕਿਉਂਕਿ ਮੈਨੂੰ ਦਿਸਣ ਲੱਗ ਪਿਆ ਮੇਰਾ ਵਾਹਿਗੁਰੂ ਪਰਮਾਤਮਾ ਰਾਮ ਪਰਮੇਸ਼ਵਰ ਮੈਨੂੰ ਦਿਸਦਾ ਤਾਂ ਸੀ ਕਿਉਂਕਿ ਉਹ ਕਦੇ ਮੇਰੀਆਂ ਨਜ਼ਰਾਂ ਤੋਂ ਦੂਰ ਹੋਇਆ ਹੀ ਨਹੀਂ। ਆਖੋ ਸਤਿਨਾਮ। ਮੈਂ ਜਿੱਥੇ ਵੇਖਦਾ ਸੀ ਉਹੀ ਨਜ਼ਰ ਆਉਂਦਾ ਸੀ। ਮੈਂ ਅੱਖ ਭਰ ਕੇ ਉਹ ਥੰਮ ਵੱਲ ਵੇਖਿਆ, ਮੈਨੂੰ ਨਜ਼ਰ ਆਇਆ ਝਲਕਾਰਾ ਪਿਆ ਵੀ ਜਿਵੇਂ ਪਾਰ ਬ੍ਰਹਮ ਪਰਮਾਤਮਾ ਉਸ ਥੰਮ ਦੇ ਵਿੱਚ ਸਾਹਮਣੇ ਖੜੇ ਹੱਸ ਰਹੇ ਆ। ਤੇ ਮੈਂ ਆਪਣੇ ਪਿਤਾ ਨੂੰ ਕਹਿਤਾ ਤੂੰ ਵੀ ਵੇਖ ਲਾ। ਉਹਨੂੰ ਆ ਗਿਆ ਗੁੱਸਾ ਵੀ ਜਵਾਕ ਮੈਨੂੰ ਟਿਚਰਾਂ ਕਰਦਾ। ਇੱਕ ਤੇ ਕਹਿੰਦਾ ਮੇਰਾ ਰੱਬ ਸਾਰੀਆਂ ਥਾਵਾਂ ਤੇ, ਹੁਣ ਕਹਿੰਦਾ ਥੰਮ 'ਚ ਵੀ ਹੈ। ਹਿਰਣਕਸ਼ਪ ਕ੍ਰੋਧਿਤ ਹੋ ਗਿਆ ਕਿਉਂਕਿ ਉਹ ਇਹ ਸੁਣਨਾ ਚਾਹੁੰਦਾ ਸੀ ਭਗਤ ਪ੍ਰਹਿਲਾਦ ਕੋਲੋਂ ਵੀ ਤੇਰਾ ਰੱਬ ਵੀ ਮੈਂ ਆ। ਬ੍ਰਹਮੇ ਨੇ ਮੈਨੂੰ ਵਰ ਦੇ ਦਿੱਤੇ ਆ, ਮੈਂ ਸ੍ਰਿਸ਼ਟੀ ਦਾ ਮਾਲਕ ਹੋ ਗਿਆ, ਤਿੰਨੇ ਲੋਕਾਂ ਤੇ ਰਾਜ ਹੈ ਮੇਰਾ। ਤੂੰ ਮੇਰੀ ਕਚਹਿਰੀ ਵਿੱਚ ਮੇਰੇ ਰਾਜ ਵਿੱਚ ਕਿਹੜੇ ਰੱਬ ਦੀਆਂ ਗੱਲਾਂ ਕਰਦਾ ਏ? ਹੈ ਬਿਸ਼ਨ ਤੇ ਮਿਹ ਲਖ ਸਾਚੋ, ਤੋਹੇ ਨ ਦੀਸਤ ਮਤ ਕੇ ਕਾਚੋ। ਜਦੋਂ ਪਿਤਾ ਮੇਰਾ ਫੇਰ ਟਿਚਰ ਕਰਕੇ ਪੁੱਛਦਾ ਕਹਿੰਦਾ ਮੈਨੂੰ ਤੇ ਥੰਮ 'ਚ ਦਿਸਿਆ ਕੋਈ ਨਹੀਂ। ਭਗਤ ਜੀ ਕਹਿੰਦੇ ਮੈਂ ਉਹਦੀ ਦੁੱਖ ਦੀ ਰਗ ਤੇ ਹੱਥ ਰੱਖਦਾ। ਮੈਂ ਕਿਹਾ ਵੇਖ ਤੈਨੂੰ ਵਿਸ਼ਨੂੰ ਨਜ਼ਰ ਨਹੀਂ ਆਉਂਦਾ? ਕਹਿੰਦੇ ਫੇਰ ਚੜ ਗਿਆ, ਸੜ ਗਿਆ ਫਿਰ ਤੇ ਇੱਕਦਮ ਵੀ ਉਹ ਵਿਸ਼ਨੂੰ ਜਿਹਨੇ ਮੇਰੇ ਭਰਾ ਨੂੰ ਮਾਰਿਆ, ਉਹਦੀ ਸਿਫਤ ਕਰਦਾ ਮੇਰੇ ਸਾਹਮਣੇ, ਉਹ ਮੇਰੀ ਕਚਹਿਰੀ ਵਿੱਚ ਆਏ, ਉਹਨੂੰ ਤੇ ਮੈਂ ਟੁਕੜੇ ਟੁਕੜੇ ਕਰ ਦਿਆਂ। ਭਗਤ ਜੀ ਕਹਿੰਦੇ ਓਏ ਕੱਚੀ ਮੱਤ ਵਾਲਿਆ, ਝੂਠ ਦੇ ਪੁਜਾਰੀਆ, ਤੈਨੂੰ ਵਿਸ਼ਨੂੰ ਨਜ਼ਰ ਨਹੀਂ ਆਉਂਦਾ? ਤੈਨੂੰ ਰੱਬ ਦਿਸਦਾ ਨਹੀਂ? ਕਹਿੰਦੇ ਮੈਂ ਜਦੋਂ ਇਹ ਬਚਨ ਆਪਣੇ ਪਿਤਾ ਨੂੰ ਉੱਚੀ ਬੋਲ ਕੇ ਆਖੇ, ਅਸ ਸੁਣ ਕੋਪ ਥੰਬ ਦਿਸ਼ ਦੇਖਾ, ਖੜਗ ਮੁਸ਼ਕ ਹਨ ਜੋਰ ਵਸਿਖਾ। ਵਿਸ਼ਨੂੰ ਦਾ ਨਾਮ ਸੁਣਦੇ ਸਾਰ ਗੁੱਸੇ ਵਿੱਚ ਭਬਕ ਕੇ, ਜਿਹੜੀ ਤਲਵਾਰ ਉਹਨੇ ਮੇਰੇ ਮਾਰਨੀ ਸੀ ਨਾ, ਕਹਿੰਦੇ ਉਹ ਤਲਵਾਰ ਪੁੱਠੀ ਫੜ ਲਈ, ਪੁੱਠੀ ਫੜ ਕੇ ਚਲਾ ਕੇ ਥੰਮ ਦੇ ਵਿੱਚ ਉਹਦਾ ਮੁੱਠਾ ਮਾਰਿਆ, ਹੈਂਡਲ। ਕਿਉਂਕਿ ਗੁੱਸਾ ਹੀ ਇੰਨਾ ਜ਼ਿਆਦਾ ਆ ਗਿਆ, ਆਪੇ ਤੋਂ ਬਾਹਰ ਹੋ ਗਿਆ ਜਦੋਂ ਵਿਸ਼ਨੂੰ ਦਾ ਨਾਮ ਸੁਣ ਲਿਆ। ਕਹਿੰਦੇ ਪਿਤਾ ਮੇਰਾ ਸਰੀਰ ਕੰਬਦਾ ਹੈ, ਭਾਂਬੜ ਮੱਚ ਗਿਆ ਸਰੀਰ ਦੇ ਵਿੱਚ। ਤਲਵਾਰ ਜਿਸ ਵੇਲੇ ਚਲਾ ਕੇ ਉਹਨੇ ਥੰਮ ਨਾਲ ਮਾਰੀ ਨਾ, ਤਲਵਾਰ ਦੇ 2 ਟੁਕੜੇ ਹੋ ਗਏ, ਮੁੱਠਾ ਟੁੱਟ ਗਿਆ, ਧਰਤੀ ਤੇ ਧੜਾਕ ਦੇਣੇ ਡਿੱਗ ਪਿਆ। ਭਇਓ ਸ਼ਬਦ ਧਾਰਨ ਤੇ ਘੋਰਾ, ਜਨ ਬ੍ਰਹਮੰਡ ਦੀਨ ਕਿਨ ਫੋਰਾ। ਭਗਤ ਜੀ ਦੱਸਦੇ ਆ, ਕਹਿੰਦੇ ਆਵਾਜ਼ ਇੰਨੀ ਹੋਈ ਮੰਨ ਲਓ ਜਿਵੇਂ ਬ੍ਰਹਮੰਡ ਫਟ ਗਿਆ ਹੋਵੇ, ਅੰਤਾਂ ਦੀ ਆਵਾਜ਼। ਕਹਿੰਦੇ 3 ਲੋਕਾਂ ਤੱਕ ਆਵਾਜ਼ ਸੁਣੀ ਗਈ, ਉਹ ਤਲਵਾਰ ਦੇ ਵੱਜਣ ਦੀ ਥੰਮਲੇ ਨਾਲ ਕਿੰਨੇ ਜ਼ੋਰ ਨਾਲ ਮਾਰਿਆ ਹੋਣਾ, ਤੇ ਉਹ ਪੱਥਰ ਕਿੱਡਾ ਪੱਕਾ ਹੋਣਾ ਜਿਹਦੇ ਵਿੱਚ ਉਹ ਤਲਵਾਰ ਆ ਕੇ ਵੱਜੀ ਹੈ। ਜਿਸ ਵੇਲੇ ਕਹਿੰਦੇ ਤਲਵਾਰ ਦਾ ਮੁੱਠਾ ਥੰਮ ਨਾਲ ਵੱਜਿਆ, ਘਣਘੋਰ ਪ੍ਰਗਟ ਹੋ ਗਿਆ,
ਸਮੁੰਦਰਾਂ 'ਚ ਉਛਾਲ ਆ ਗਏ, ਧਰਤੀ ਤੇ ਭੁਚਾਲ ਆ ਗਿਆ। ਸੁਣਿਓ ਵਿਧਾਤੇ ਆਪਣੇ ਲੋਕਾ, ਪਰਲੇ ਕਾਲ ਲਖ ਸਭ ਕੋ ਸ਼ੋਕਾ। ਬ੍ਰਹਮਾ ਜੀ ਆਪਣੇ ਸਿੰਘਾਸਣ ਤੇ ਬੈਠੇ ਸੀ, ਕਹਿੰਦੇ ਆ ਤਲਵਾਰ ਦੇ ਮੁੱਠੇ ਦੀ ਆਵਾਜ਼ ਬ੍ਰਹਮ ਲੋਕ ਤੱਕ ਗਈ। ਦੇਵਤੇ ਡਰ ਗਏ। ਇੱਕਦਮ ਬ੍ਰਹਮਾ ਜੀ ਨੇ ਉੱਠ ਕੇ ਵੇਖਿਆ ਵੀ ਅਜੇ ਤੇ ਪਰਲੋ ਦਾ ਸਮਾਂ ਹੀ ਨਹੀਂ ਆਇਆ। ਇਹ ਤੇ ਏਦਾਂ ਲੱਗਦਾ ਹੈ ਜਿਵੇਂ ਧਰਤੀ ਤੇ ਪਰਲੋ ਆਉਣੀ ਹੋਵੇ। ਜਦ ਜਦ ਧਰਤੀ ਦਾ ਵਿਨਾਸ਼ ਹੁੰਦਾ ਏ, ਬਹੁਤ ਵੱਡੇ ਵਿਸਫੋਟ ਦੀ ਆਵਾਜ਼ ਆਉਂਦੀ ਹੈ, ਜਿਹਨੂੰ ਪਰਲੋ ਕਿਹਾ ਜਾਂਦਾ ਹੈ। ਸਨਾਤਨ ਮਤ ਵਿੱਚ ਇਸਲਾਮ ਵਾਲੇ ਉਹਨੂੰ ਕਹਿੰਦੇ ਆ ਕਿਆਮਤ। ਜਦੋਂ ਕਿਆਮਤ ਦਾ ਦੌਰ ਹੁੰਦਾ ਉਦੋਂ ਇੱਥੇ ਧਰਤੀ ਤੇ ਕੋਈ ਵੀ ਨਹੀਂ ਬਚਦਾ। ਬ੍ਰਹਮਾ ਜੀ ਨੂੰ ਦੇਵਤੇ ਪੁੱਛਦੇ ਹੋਇਆ ਕੀ, ਕਹਿੰਦੇ ਦੇਵਤਿਆਂ ਦੀ ਸਭਾ ਡਰ ਗਈ। ਰਾਜਾ ਇੰਦਰ ਡਰ ਕੇ ਸਿੰਘਾਸਣ ਤੋਂ ਉੱਠਿਆ। ਇਹ ਹੋਇਆ ਕੀ ਹੈ? ਬਰਤਰ ਭਏ ਜੇ ਸਭਾ ਮਝਾਰੀ, ਗਿਰੇ ਕਿਤਕ ਤਹਿ ਖਾਏ ਪਵਾਰੀ। ਇੱਧਰ ਹਿਰਣਕਸ਼ਿਪ ਦੀ ਸਭਾ ਦੇ ਵਿੱਚ, ਹਰਨਾਕਸ਼ ਦੀ ਸਭਾ ਦੇ ਵਿੱਚ ਐਡੀ ਉੱਚੀ ਆਵਾਜ਼ ਸੀ, ਕਹਿੰਦੇ ਦੈਂਤ ਕੰਨਾਂ ਤੋਂ ਬੋਲੇ ਹੋ ਕੇ ਧਰਤੀ ਤੇ ਡਿੱਗ ਪਏ। ਦੇਵਤਿਆਂ ਦੀ ਸਭਾ ਡੋਲੀ, ਘਬਰਾ ਗਏ ਦੇਵਤੇ, ਭਾਜੜਾਂ ਮਚ ਗਈਆਂ। ਕੁਛ ਹੋਇਆ। ਅਸਲ ਵਿੱਚ ਉਹ ਆਵਾਜ਼ ਕਾਹਦੀ ਸੀ? ਉਹ ਆਵਾਜ਼ ਸੀ ਨਿਰੰਕਾਰ ਦੀ, ਜਿਸ ਕਰਕੇ ਬ੍ਰਹਿਮੰਡ ਡੁੱਲ ਗਿਆ। ਪਰ ਭਗਤ ਜੀ ਕਹਿੰਦੇ ਦੇਵਤਿਆਂ ਤੇ ਦੈਂਤਾਂ ਨੂੰ ਲੱਗਿਆ ਵੀ ਇਹ ਆਵਾਜ਼ ਹੈ ਹਰਨਾਕਸ਼ ਦੀ। ਉਹਨੇ ਇੰਨੇ ਗੁੱਸੇ ਜਾ ਕੇ ਮਾਰੇ। ਰਾਖਸ਼ ਰੌਲਾ ਪਾ ਰਹੇ ਆ, ਧਰਤੀ ਤੇ ਸ਼ੋਰ ਮਚ ਗਿਆ। ਸਭ ਦੈਤਨ ਕੀ ਸੁਧ ਤਬ ਨਾਸੇ, ਚਾਰੋ ਦਿਸ਼ ਮੇਂ ਧੁਨ ਸੋ ਪ੍ਰਕਾਸ਼ੇ। ਚਾਰੇ ਦਿਸ਼ਾਵਾਂ ਦੇ ਵਿੱਚ ਉਸ ਆਵਾਜ਼ ਦਾ ਸ਼ੋਰ ਮਚਿਆ। ਦੈਤ ਅਤੇ ਰਾਖਸ਼ ਦੋਨਾਂ ਦੀ ਕੁਝ ਸਮੇਂ ਵਾਸਤੇ ਮਤ ਸਟਾਪ ਹੋ ਗਈ, ਅਕਲ ਕੰਮ ਕਰਨੋਂ ਬੰਦ ਹੋ ਗਈ। ਕਈ ਵਾਰ ਹਰ ਇਨਸਾਨ ਤੇ ਐਸਾ ਕੁਝ ਸੈਕਿੰਡ ਦਾ ਦੌਰ ਆਉਂਦਾ ਦਿਨ ਦੇ ਵਿੱਚ। 1.5 ਸੈਕਿੰਡ ਹੋ ਸਕਦਾ ਹੈ, 2 ਸੈਕਿੰਡ ਹੋ ਸਕਦੇ ਜਾਂ 3 ਸੈਕਿੰਡ ਹੋ ਸਕਦੇ। ਉੱਠਦੇ ਬੈਠਦੇ ਕਦੇ ਵੀ ਕਈ ਵਾਰ ਐਸਾ ਫੀਲ ਹੁੰਦਾ ਹੈ ਵੀ ਸੈਂਸ ਕੰਮ ਕਰਨੋਂ ਹਟ ਗਈ, ਸ਼ਾਇਦ ਚੱਕਰ ਆਏਗਾ। ਕਿਤੇ ਇਦਾਂ ਦੇ ਹਾਲਾਤਾਂ ਦੇ ਵਿੱਚ ਦੇਵਤੇ ਤੇ ਰਾਖਸ਼ ਆ ਗਏ, ਧਰਤੀ ਡੋਲਣ ਲੱਗੀ ਹੈ। ਬ੍ਰਹਮਾ ਜੀ ਨੂੰ ਪੁੱਛਦੇ ਆ ਹੋਇਆ ਕੀ? ਬ੍ਰਹਮਾ ਕਹਿੰਦਾ ਮੈਨੂੰ ਵੀ ਸਮਝ ਨਹੀਂ ਆ ਰਿਹਾ ਹੋ ਕੀ ਰਿਹਾ, ਕਿਉਂਕਿ ਰੱਬ ਦੀਆਂ ਗੱਲਾਂ ਦੇਵਤੇ ਤੇ ਦੈਂਤ ਨਹੀਂ ਜਾਣ ਸਕਦੇ। ਜੋ ਮਨ ਚਿਤ ਨਾ ਚੇਤੇ ਸੰਨ ਸੋ ਗਾਲੀ ਰੱਬ ਦੀਆਂ। ਰੱਬ ਦੀਆਂ ਗੱਲਾਂ ਨੂੰ ਕੋਈ ਵੀ ਜਾਣ ਸਕਦਾ ਨਹੀਂ। ਹੁਣ ਤਨ ਜੀਸ ਚੱਕਰ ਚਿਤ ਮਾਹੀ, ਲੋਚਨ ਗੋਰਚ ਭਿਖਿਅਤ ਨਾਹੀ। ਕਹਿੰਦੇ ਇੱਧਰ ਦੈਂਤਾਂ ਦਾ ਰਾਜਾ ਹਿਰਣਕਸ਼ਪ ਗੁੱਸੇ ਵਿੱਚ ਭਰਿਆ। ਕਦੇ ਪ੍ਰਹਿਲਾਦ ਕਹਿੰਦੇ ਮੇਰੇ ਵੱਲ ਵੇਖਦਾ, ਕਦੇ ਥੰਮ ਵੱਲ ਵੇਖਦਾ। ਭਗਤ ਜੀ ਕਹਿੰਦੇ ਮੈਂ ਮੁਸਕਰਾ ਰਿਹਾ ਸੀ, ਕਿਉਂਕਿ ਮੇਰਾ ਵਾਹਿਗੁਰੂ, ਮੇਰਾ ਪਰਮਾਤਮਾ ਅੱਜ ਵੀ ਮੇਰੇ ਨਾਲ ਹੈ, ਮੈਥੋਂ ਦੂਰ ਨਹੀਂ। ਪਰ ਉਧਰ ਹਿਰਣਕਸ਼ਪ ਨੂੰ ਲੱਗਦਾ ਸੀ ਇਹ ਛੋਟਾ ਜਿਹਾ ਮਾਸੂਮ ਜਿਹਾ ਬੱਚਾ ਮੈਨੂੰ ਬੇਇੱਜ਼ਤ ਕਰਦਾ ਹੈ, ਮੇਰੇ ਘਰ ਜੰਮ ਕੇ ਮੈਨੂੰ ਹੀ ਨੀਚਾ ਵਿਖਾਉਂਦਾ ਏ। ਭਇਓ ਉਦਤ ਮਾਰਨ ਕਰਵਾਰਾ, ਤਬ ਨਰ ਹਰ ਨਿਜ ਰੂਪ ਦਿਖਾਰਾ। ਜਦੋਂ ਥੰਮ ਤੇ ਗੁੱਸਾ ਚਲਾਇਆ, ਥੰਮ ਦਾ ਕੁਝ ਨਾ ਵਿਗੜਿਆ। ਕਹਿੰਦੇ ਇੱਕ ਪਈ ਸੀ ਟੇਬਲ ਤੇ ਤਲਵਾਰ, ਉਹ ਚੁੱਕੀ ਮਾਰਨ ਵਾਸਤੇ ਭੱਜ ਕੇ ਮੇਰੇ ਕੋਲ ਮੇਰਾ ਪਿਤਾ ਆਇਆ। ਜਦੋਂ ਕਹਿੰਦੇ ਕਿਰਪਾਨ ਪਿੱਛੇ ਨੂੰ ਉਲਾਰ ਕੇ ਮੇਰੇ ਲੱਗਾ ਨਾ ਮਾਰਨ, ਇੱਕਦਮ ਥੰਮ ਪਾਟ ਗਿਆ। ਆਖੋ ਸਤਨਾਮ, ਆਵਾਜ਼ ਉੱਠੀ। ਇਹ ਉਹੀ ਆਵਾਜ਼ ਹੈ ਜਿਸ ਆਵਾਜ਼ ਦੇ ਨਾਲ ਸਵਰਗਾਂ ਦੇ ਦੇਵਤੇ ਵੀ ਕੰਨਾਂ ਤੋਂ ਬੋਲੇ ਹੋ ਗਏ ਸੀ। ਨਹਿ ਮਨੁੱਖ
ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਉ। ਜਿਸ ਵੇਲੇ ਕਹਿੰਦੇ ਉਹ ਥੰਮ ਪਾਟਿਆ ਨਾ, ਦੁਫਾੜ ਹੋਇਆ, ਉਹਦੇ ਚੋਂ ਪ੍ਰਗਟ ਹੋਇਆ ਨਰਸਿੰਘ। ਰੂਪ ਐਸਾ, ਸਿਰ ਉਹਦਾ ਸ਼ੇਰ ਵਾਲਾ ਤੇ ਸਰੀਰ ਉਹਦਾ ਮਨੁੱਖਾਂ ਵਾਲਾ। ਨਰਸਿੰਘ ਕਹਿੰਦੇ ਉਹ ਰੂਪ ਵੇਖ ਕੇ ਇੱਕਦਮ ਤੇ ਦੈਂਤਾਂ ਦਾ ਰਾਜਾ ਚੱਕਰਾਂ 'ਚ ਪੈ ਗਿਆ ਵੀ ਚੀਜ਼ ਕੀ ਹੈ ਇਹ। ਪਰ ਕਹਿੰਦੇ ਵਰਸੀ ਲਏ ਹੋਏ, ਮੈਨੂੰ ਬੰਦਾ ਨਾ ਮਾਰੇ, ਮੈਨੂੰ ਜਾਨਵਰ ਵੀ ਨਾ ਮਾਰੇ। ਤੇ ਉਹ ਅਕਾਲ ਪੁਰਖ ਪਰਮਾਤਮਾ ਵੇਖੋ, ਸ੍ਰਿਸ਼ਟੀ ਰਚਾਉਣ ਵਾਲਾ, ਦੁਨੀਆ ਨੂੰ ਬਣਾਉਣ ਵਾਲਾ, ਬਰ ਵੀ ਆਪ ਦਿੱਤੇ ਤੇ ਵਿੱਚ ਦਾ ਰਾਹ ਵੀ ਆਪ ਕੱਢਿਆ, ਵਿੱਚ ਦਾ ਰਸਤਾ ਵੀ ਆਪ ਕੱਢਦਾ। ਉਹ ਕੀ? ਉਹਨੇ ਰੂਪ ਹੀ ਐਸਾ ਬਣਾ ਲਿਆ, ਨਾ ਇਹ ਬੰਦਾ ਨਾ ਇਹ ਜਾਨਵਰ, ਜਿਹਨੂੰ ਕਹਿੰਦੇ ਆ ਨਰਸਿੰਘ ਦਾ ਹੈ। ਸਿੰਘ ਨਾਮ ਸ਼ੇਰ ਦਾ, ਨਰ ਨਾਮ ਮਨੁੱਖ ਦਾ। ਕਹਿੰਦੇ ਨਰਸਿੰਘ ਬਣ ਕੇ ਉਹ ਪ੍ਰਗਟ ਹੋ ਗਿਆ। ਅੰਬ ਪਾੜ ਨਿਕਸੇ ਜਗਰਾਈ, ਅਦਭੁਤ ਦਾਰਨ ਵੇਖ ਬਣਾਈ। ਬੜਾ ਭਿਆਨਕ ਜਿਹਾ ਰੂਪ ਆਇਆ ਉਹਦਾ। ਕਹਿੰਦੇ ਅਕਾਲ ਪੁਰਖ ਪਰਮਾਤਮਾ ਵਿਸ਼ਨੂੰ ਦਾ ਰੂਪ ਬਣ ਕੇ ਆ ਗਿਆ, ਸਾਹਮਣੇ ਖੜਾ ਹੋ ਗਿਆ। ਭਗਤ ਜੀ ਕਹਿੰਦੇ ਮੈਂ ਧਰਤੀ ਤੇ ਡਿੱਗਾ ਹੋਇਆ ਸੀ, ਮੇਰੇ ਪਿੱਛੇ ਆ ਕੇ ਖੜਾ ਹੋ ਗਿਆ। ਹਰਨਾਕਸ਼ ਦੇ ਹੱਥ 'ਚ ਤਲਵਾਰ ਹੈ, ਉਹ ਵੇਖਦਾ ਹੈ ਪੁੱਤ ਮੇਰਾ ਏ, ਪਿੱਛੇ ਖੜਨ ਵਾਲਾ ਕੰਮ ਹੈ। ਨਾ ਇਹ ਦੇਵਤਾ ਹੈ, ਨਾ ਇਹ ਮਨੁੱਖ ਹੈ, ਨਾ ਇਹ ਜਾਨਵਰ ਹੈ, ਨਾ ਇਹ ਦੈਂਤ ਹੈ। ਕਹਿੰਦੇ ਉਹਦੀ ਤੇ ਭੂਤ ਨਹੀਂ ਭੁੱਲ ਗਈ, ਉਹਨੂੰ ਸਮਝ ਹੀ ਨਾ ਆਵੇ ਵੀ ਇਹ ਕੌਣ ਹੈ ਮੇਰੀ ਸਭਾ 'ਚ ਥੰਮ ਪਾੜ ਕੇ ਜਿਹੜਾ ਬਾਹਰ ਆ ਗਿਆ। ਪਰ ਭਗਤ ਜੀ ਕਹਿੰਦੇ ਮੈਨੂੰ ਡਰ ਪਹਿਲਾਂ ਵੀ ਨਹੀਂ ਸੀ, ਮੈਨੂੰ ਹੁਣ ਵੀ ਨਹੀਂ। ਮੈਂ ਦੋਨੇ ਹੱਥ ਜੋੜ ਨਰਸਿੰਘ ਦੇ ਚਰਨਾਂ ਤੇ ਬੰਦਨਾ ਕਰ ਦਿੱਤੀ। ਆਖੋ ਸਤਨਾਮ। ਮੇਰੀ ਬਾਹ ਫੜ ਕੇ ਕਹਿੰਦੇ ਪੁੱਤ ਉੱਠ। ਅਕਾਲ ਪੁਰਖ ਕਹਿੰਦੇ, ਨਰਸਿੰਘ ਜੀ ਕਹਿੰਦੇ ਮੈਨੂੰ ਬੜੇ ਸਨਮਾਨ ਦੇ ਨਾਲ ਉਹਨਾਂ ਇੱਕ ਪਾਸੇ ਬਿਠਾ ਦਿੱਤਾ। ਇੱਧਰ ਦਾਨਵਾਂ ਦਾ ਰਾਜਾ ਰਾਖਸ਼ ਹਿਰਣਕਸ਼ਿਪ ਨੇ ਆਪਣੀ ਸਭਾ ਨੂੰ ਇਕੱਠਿਆਂ ਕਰ ਲਿਆ। ਵੱਡੇ ਵੱਡੇ ਦੈਂਤ ਆ ਗਏ, ਕਰਾਮਾਤੀ ਆ ਗਏ, ਪਰ ਕਹਿੰਦੇ ਨਰਸਿੰਘ ਚੁੱਪ ਚਪੀਤੇ ਖੜੇ ਆ, ਵੇਖ ਰਹੇ ਆ, ਹੋਠਾਂ ਤੇ ਜੀਭ ਫੇਰਦੇ ਆ। ਪਰ ਅਜੇ ਤੱਕ ਤਿੰਨੇ ਲੋਕਾਂ ਤੇ ਰਾਜ ਕਰਨ ਵਾਲੇ ਨੂੰ ਇਹ ਸਮਝ ਨਹੀਂ ਆ ਰਹੀ ਇਹ ਹੈ ਕੌਣ ਹੈ। ਕਿਉਂਕਿ ਉਹਨੇ ਕਿਹਾ ਸੀ ਵੀ ਬ੍ਰਹਮੇ ਦੀ ਸ੍ਰਿਸ਼ਟੀ ਵਿੱਚ ਜੰਮਣ ਵਾਲਾ ਮੈਨੂੰ ਮਾਰੇ ਨਾ। ਉਹ ਰੱਬ ਕਿਸੇ ਸ੍ਰਿਸ਼ਟੀ 'ਚ ਨਹੀਂ ਆਉਂਦਾ। ਆਖੋ ਸਤਨਾਮ। ਉਹਨੂੰ ਕੋਈ ਬ੍ਰਹਮਾ ਨਹੀਂ ਬਣਾਉਣ ਵਾਲਾ ਤੇ ਕੋਈ ਸ਼ਿਵ ਨੂੰ ਮਾਰਨ ਵਾਲਾ ਨਹੀਂ। ਉਹ ਤੇ ਆਪਣੇ ਆਪ ਤੋਂ ਹੈ, ਸਵੈ ਭੰਗ ਹੈ। ਜਦੋਂ ਨਰਹਰ ਨਰਸਿੰਘ ਦਾ ਰੂਪ ਬਣਾ ਕੇ ਆ ਗਏ, ਸਾਹਮਣੇ ਖੜਾ ਵੇਖੇ, ਕਹਿੰਦੇ ਤਲਵਾਰ ਦੇ ਮੁੱਠੇ ਨੂੰ ਉਹਨੇ ਫੇਰ ਕੱਸ ਕੇ ਫੜਿਆ ਵੀ ਮੈਂ ਇਸ ਜਾਨਵਰ ਨੂੰ ਮਾਰ ਦਿਆਂ ਜੋ ਮੇਰੇ ਸਾਹਮਣੇ ਅੜਿਆ ਏ। ਦੈਤ ਰਾਜ ਅਵਲੋਕ ਵਿਚਾਰਾ, ਕੋ ਇਹ ਲਖਿਓ ਨ ਜਾਏ ਆਕਾਰਾ। ਕਹਿੰਦੇ ਜਦੋਂ ਦੈਂਤਾਂ ਦਾ ਰਾਜਾ ਪੁੱਛਦਾ ਹੈ ਤੂੰ ਕੌਣ ਹੈ, ਕਹਿੰਦੇ ਨਰਸਿੰਘ ਨੇ ਆਪਣਾ ਰੂਪ ਬਦਲ ਲਿਆ। ਇੱਥੋਂ ਤੱਕ ਬਸ ਨਹੀਂ, ਦੈਂਤਾਂ ਦੇ ਰਾਜੇ ਨੇ ਵੀ ਆਪਣਾ ਜਿਸਮ ਬਦਲ ਲਿਆ। ਉਹ ਵੀ ਕਰਾਮਾਤੀ ਹੈ, ਤਪ ਕੀਤਾ ਹੋਇਆ ਉਹਨੇ, ਰਾਜ ਭਾਗ ਉਹਦੇ ਕੋਲੇ ਹੈ, ਦੇਵੀ ਦੇਵਤੇ ਉਹਨੇ ਕਾਬੂ ਕੀਤੇ ਹੋਏ ਸੀ। ਪਰ ਇਹੀ ਤੇ ਸੋਚਦਾ ਹੈ ਵੀ ਜਿਹੜੇ ਦੇਵੀ ਦੇਵਤਿਆਂ ਨੂੰ ਮੈਂ ਆਪਣੇ ਕਾਬੂ ਵਿੱਚ ਰੱਖਿਆ ਉਹ ਤੇ ਆਹ ਕੰਮ ਕਰ ਹੀ ਨਹੀਂ ਸਕਦੇ, ਤੇ ਗੁਲਾਮ ਨੇ ਮੇਰੇ। ਇਹ ਕੌਣ ਆ ਗਿਆ ਜੋ ਬ੍ਰਹਮੇ ਤੋਂ ਵੀ ਵੱਡਾ ਹੈ? ਕਿਉਂਕਿ ਬ੍ਰਹਮਾ ਜੀ ਨੇ ਕਮਿਟਮੈਂਟ ਕੀਤੀ ਹੋਈ ਸੀ, ਉਹਨੇ ਤੇ ਵਰ ਦੇਤਾ ਵੀ ਮੇਰੀ ਸ੍ਰਿਸ਼ਟੀ ਵਿੱਚ ਕੋਈ ਚੀਜ਼ ਐਸੀ ਨਹੀਂ ਜੋ ਤੈਨੂੰ ਮਾਰ ਸਕੇ। ਇਸ ਲਈ ਉਹ ਨਿਸ਼ਚਿੰਤਾ ਵੀ ਬ੍ਰਹਮਾ ਕਦੇ ਆਪਣਾ ਵਰ ਵਾਪਸ ਨਹੀਂ ਲੈ ਸਕਦਾ, ਕਿਉਂਕਿ ਮੈਂ ਭਗਤੀ ਕਰਕੇ ਵਰ ਲਿਆ ਹੋਇਆ। ਹਿਰਣਕਸ਼ਿਪ ਬੜੀ ਹੈਰਾਨੀ ਦੇ ਨਾਲ ਉਸ ਨਰਸਿੰਘ ਨੂੰ ਪੁੱਛਦਾ ਏ, ਕਪਮਾਨ ਤਨ ਪੈ ਵਡ ਧਾਰੇ, ਨਿਸ਼ਚੈ ਕਰ ਨਾ ਸਕੈ ਸੁਧਾਰੇ। ਕਹਿੰਦੇ ਕੰਬ ਕੇ
ਦੈਂਤਾਂ ਦਾ ਰਾਜਾ ਸਮਝ ਨਹੀਂ ਪਾ ਰਿਹਾ ਵੀ ਹੈ ਕੌਣ ਹੈ। ਇੱਕ ਵਾਰ ਤੇ ਡਰ ਗਿਆ, ਹੱਥ 'ਚ ਫੜੀ ਤਲਵਾਰ, ਕਹਿੰਦੇ ਉਸ ਸ਼ੇਰ ਰਾਜੇ ਦੀ ਕੰਬਣ ਲੱਗ ਪਈ, ਕੰਬਣੀ ਚੜ ਗਈ ਸਹੀ, ਪਰ ਸਾਹਮਣੇ ਖੜਾ ਨਰਸਿੰਘ ਅੱਖਾਂ ਚ ਅੱਖਾਂ ਪਾ ਕੇ ਖੜਿਆ। ਉਹ ਡੋਲਦਾ ਨਹੀਂ, ਉਹ ਡਰਦਾ ਨਹੀਂ, ਘਬਰਾਉਂਦਾ ਨਹੀਂ, ਉਹਨੇ ਜਵਾਬ ਵੀ ਕੋਈ ਨਾ ਦਿੱਤਾ, ਬਸ ਚੁੱਪ ਹੀ ਰਿਹਾ ਏ। ਤਬਲੋ ਸ੍ਰੀ ਨਰਸਿੰਘ ਬਿਸਾਲਾ, ਗਰਜ ਉਠੇ ਕਰ ਸ਼ਬਦ ਕਰਾਲਾ। ਜਦੋਂ ਫੇਰ ਗੁੱਸੇ ਵਿੱਚ ਆ ਕੇ ਦੈਂਤਾਂ ਦੇ ਰਾਜੇ ਨੇ ਆਪਣਾ ਡਰ ਹਟਾ ਕੇ ਆਖਿਆ, ਚੱਲ ਮੇਰੀ ਸਭਾ ਤੋਂ ਬਾਹਰ, ਕੌਣ ਹੈ ਤੂੰ? ਫਿਰ ਸ਼ੇਰ ਦੀ ਆਵਾਜ਼ ਵਿੱਚ ਨਰਸਿੰਘ ਗਰਜੇ, ਬੜੀ ਉੱਚੀ ਆਵਾਜ਼, ਦੁਬਾਰਾ ਪੜ੍ਹ। ਤਬਲੋ ਸ੍ਰੀ ਨਰਸਿੰਘ ਬਿਸਾਲਾ, ਗਰਜ ਉਠੇ ਕਰ ਸ਼ਬਦ ਕਰਾਲਾ। ਉਸ ਵੇਲੇ ਨਰਸਿੰਘ ਗਰਜਿਆ ਸ਼ੇਰ ਦੀ ਆਵਾਜ਼ ਵਿੱਚ, ਭਬਕ ਕੇ। ਉਹਨੇ ਬੰਦਿਆਂ ਵਾਲੀ ਆਵਾਜ਼ ਵਿੱਚ ਗੱਲ ਨਹੀਂ ਕੀਤੀ, ਹੁਣ ਸ਼ੇਰ ਦੀ ਗਰਜ ਕਿੱਦਾਂ ਦੀ ਹੈ? ਜਦੋਂ ਕਹਿੰਦੀ ਉੱਚੀ ਗਰਜਣਾ ਉੱਠੀ ਨਾ, ਇੱਕਦਮ ਆਪਣੇ ਸਿੰਘਾਸਣ ਤੋਂ ਹਟ ਕੇ ਸਾਈਡ ਹੋ ਗਿਆ ਦੈਂਤਾਂ ਦਾ ਰਾਜਾ। ਫੇਰ ਗਰਜ ਮਾਰੀ ਹੈ, ਫੇਰ ਭਬਕ ਮਾਰੀ ਹੈ ਨਰਸਿੰਘ ਨੇ। ਇਹ ਕੀ ਸੀ? ਉਹਨੂੰ ਚੈਲੰਜ ਕੀਤਾ ਹੈ, ਪਰ ਉਹਨੇ ਆਪਣੀ ਤਿੱਖੀ ਤਲਵਾਰ ਧੂਈ ਹੈ, 2-3 ਵਾਰ ਫਰਸ਼ ਨਾਲ ਮਾਰੀ ਦੈਂਤਾਂ ਦੇ ਰਾਜੇ ਨੇ। ਉਹਨੂੰ ਇਹ ਲੱਗਦਾ ਵੀ ਤੇ ਕੋਈ ਜਾਨਵਰ ਆ, ਮੈਂ ਸਿਰ ਲਾ ਕਿਉਂ ਮਾਰਾਂਗਾ? ਪਰ ਹੈਰਾਨ ਆ ਵੀ ਸਰੀਰ ਇਹਦਾ ਬੰਦਿਆਂ ਵਾਲਾ, ਮਨੁੱਖਾਂ ਵਾਲਾ ਹੈ, ਉੱਤੋਂ ਇਹ ਸ਼ੇਰਾਂ ਵਰਗਾ ਹੈ, ਬੱਬਰ ਸ਼ੇਰ ਵਾਂਗ ਲੰਬੇ ਲੰਬੇ ਵਾਲ ਹਨ। ਪਰ ਕਹਿੰਦੇ ਨਰਸਿੰਘ ਗੁੱਸੇ 'ਚ ਰੋਜ ਹੈ। ਭਗਤ ਜੀ ਕਹਿੰਦੇ ਕਦੇ ਉਹ ਸ਼ੇਰ ਮੇਰੇ ਵੱਲ ਵੇਖਦਾ, ਕਦੇ ਦੈਂਤਾਂ ਦੇ ਰਾਜੇ ਮੇਰੇ ਪਿਤਾ ਵੱਲ ਤੱਕਦਾ ਏ। ਵਾਰ ਵਾਰ ਮੁਖਲੀ ਤੰਜਭਾਈ, ਦੇਖਤ ਦਾੜੇ ਤੀਰ ਨਿਸਾਏ। ਹੱਥ ਦੇ ਵਿੱਚ ਕੋਈ ਤਲਵਾਰ ਨਹੀਂ, ਕੋਈ ਸ਼ਸਤਰ ਨਹੀਂ, ਉਬਾਸੀਆਂ ਲੈ ਰਹੇ ਨੇ ਨਰਸਿੰਘ। ਸ਼ੇਰ ਭੁੱਖਾ ਹੋਵੇ, ਸ਼ਿਕਾਰ ਕਰਦਾ ਹੋਵੇ, ਉਹਦੀ ਨਿਸ਼ਾਨੀ ਉਹਨੇ ਉਬਾਸੀ ਲੈਣੀ ਹੈ। ਤੇ ਸਾਡੇ ਵਾਲੇ ਮਨੁੱਖ, ਬੰਦਾ ਜਦੋਂ ਉਬਾਸੀ ਲਵੇ ਸਮਝੋ ਉਹਨੂੰ ਸਰਾਣਾ ਚਾਹੀਦਾ, ਸਤਿਨਾਮ, ਰਜਾਈ ਚਾਹੀਦੀ ਹੈ, ਉਹ ਦਲਿੱਦਰ ਦਾ ਮਾਰਿਆ ਉਹਨੇ ਸੋਣਾ। ਪਰ ਜਦ ਸ਼ੇਰ ਉਬਾਸੀ ਲਵੇ, ਉਬਾਸੀਆਂ ਉਹਦੀਆਂ ਕਾਹਦੀਆਂ ਨੇ? ਉਹਨੂੰ ਭੁੱਖ ਲੱਗੀ ਹੈ, ਸ਼ਿਕਾਰ ਕਰਨਾ ਚਾਹੁੰਦਾ ਹੈ। ਗੁੱਸੇ ਵਿੱਚ ਆ ਕੇ 2 ਵਾਰ ਉਬਾਸੀ ਲਈ ਹੈ, 3ਜੀ ਵਾਰ ਫੇਰ ਗਰਜਿਆ ਏ। ਸਰੋਨਤ ਸਰਸੇ ਆਰਨ ਲੋਚਨ, ਜੀਭ ਖੜਗ ਸਮ ਜਨ ਦੁਖ ਮੋਚਨ। ਲੰਬੀ ਜੀਭ ਕੱਢੀ ਤਿੱਖੀ ਤਲਵਾਰ ਵਰਗੀ, ਫਿਰ ਅੱਖਾਂ ਕਰ ਲੀਆਂ ਲਾਲ, ਕਿਉਂਕਿ ਸਾਹਮਣੇ ਦੈਂਤ ਗੁੱਸੇ ਵਿੱਚ ਖੜਿਆ ਹੈ, ਹਿਰਣਕਸ਼ਿਪ ਤਲਵਾਰ ਲੈ ਕੇ। ਉਹਨੂੰ ਅਜੇ ਵੀ ਮਾਣ ਹੈ ਵੀ ਮੇਰੇ ਕੋਲ ਕਰਾਮਾਤਾਂ ਨੇ, ਮੇਰੇ ਕੋਲ ਤਾਕਤ ਹੈ, ਇਸ ਸ਼ੇਰ ਨੂੰ ਮੈਂ ਇੱਥੇ ਚਿੱਤ ਕਰ ਦਿਆਂ। ਕਿਉਂਕਿ ਵੱਡੇ ਵੱਡੇ ਸ਼ੇਰਾਂ ਦਾ ਸ਼ਿਕਾਰ ਖੇਡਦਾ ਰਿਹਾ ਰਾਜਾ ਹਿਰਣਕਸ਼ਿਪ। ਉਹਨੇ ਫੇਰ ਹਿਸਾਬ ਲਾਇਆ, ਕਹਿੰਦੀ ਮੇਰਾ ਪਿਤਾ ਮੈਨੂੰ ਹੱਸ ਕੇ ਕਹਿੰਦਾ ਤੇਰਾ ਇਹੀ ਰੱਬ ਹੈ ਜਿਹਦੀਆਂ ਤੂੰ ਗੱਲਾਂ ਕਰਦਾ ਸੀ? ਭਗਤ ਜੀ ਕਹਿੰਦੇ ਮੈਂ ਸਿਰ ਹਿਲਾ ਕੇ ਆਖਿਆ, ਹਾਂ ਮੇਰਾ ਰੱਬ ਇਹੀ ਆਖੋ, ਸਤਿਨਾਮ। ਜਿਹਨੂੰ ਮੈਂ ਕਹਿੰਦਾ ਸੀ ਇਹ ਜੜ ਵਿੱਚ ਵੀ ਹੈ ਤੇ ਜੰਗਾਂ ਵਿੱਚ ਵੀ ਹੈ, ਇਹ ਹਰ ਥਾਂ ਤੇ ਵਸਿਆ ਹੋਇਆ ਏ। ਰੰਗ ਸਰੀਰ ਕਨਕ ਜਨ ਧਾਵਾ, ਧਾਰਨ ਉੱਚੋ ਕਾਨ ਉਠਾਵਾ। ਹੁਣ ਇੱਥੇ ਭਗਤ ਜੀ ਦੱਸਦੇ ਆ ਉਹਦਾ ਰੂਪ ਕਿਹੋ ਜਿਹਾ ਏ। ਕਹਿੰਦੇ ਸਰੀਰ ਦਾ ਰੰਗ ਹੈ ਕਣਕ ਵਰਨਾ, ਉੱਚਾ ਲੰਬਾ ਕੱਦ ਹੈ, ਲੰਬੀਆਂ ਬਾਹਾਂ ਨੇ, ਤੇ ਜਿਹੜੇ ਸਿਰ ਦੇ ਕੰਨ ਨੇ ਨਾ, ਕੰਨਾਂ ਦਾ ਆਕਾਰ ਸ਼ੇਰ ਵਾਂਗੂ ਵੱਡਾ ਹੈ। ਪੂਰੇ ਮੁਖੜੇ ਉੱਤੇ ਕਾਲੇ ਵਾਲ ਹਨ ਜਿਵੇਂ ਬੱਬਰ ਸ਼ੇਰ ਦੇ ਹੁੰਦੇ ਆ, ਅੱਖਾਂ ਲਾਲ ਸੁਰਖ, ਉਹਨਾਂ ਅੱਖਾਂ 'ਚ ਏਦਾਂ ਲੱਗਦਾ ਜਿਵੇਂ ਖੂਨ ਚੋਂਦਾ ਹੋਵੇ, ਇੰਨੀਆਂ ਕੁਦਰਤ ਨੇ। ਵੱਡੇ ਵੱਡੇ ਦੰਦ ਹਨ ਜਿਹਦੇ ਆਕਾਰ ਦੈਂਤਾਂ ਤੋਂ ਵੀ ਵੱਡੇ ਨੇ। ਕੰਦਰ ਸਮ ਬਦਨ ਪਸਾਰਾ,
ਭ੍ਰਿਕੁਟੀ ਕੁਟਲ ਤਨੁਖ ਕਾਰ। ਮੱਥੇ ਉੱਤੇ ਤਰੁੱਟੀ ਦੇ ਵਿੱਚ ਕਹਿੰਦੇ ਉਹਨੇ ਤਿਉੜੀਆਂ ਪਾਈਆਂ ਹੋਈਆਂ, ਗੁੱਸੇ ਦਾ ਹੀ ਰੂਪ ਹੈ। ਜਿਹੜਾ ਮੂੰਹ ਖੋਲਿਆ ਹੋਇਆ ਹੈ, ਖੁੱਲੇ ਹੋਏ ਮੂੰਹ ਦੇ ਵਿੱਚ ਉਹਦੇ ਏਦਾਂ ਲੱਗਦਾ ਜਿਵੇਂ ਬ੍ਰਹਿਮੰਡ ਦਿਸਦਾ ਹੋਵੇ, ਵੀ ਨਿਕਲ ਜਾਣਾ ਅੱਜ ਇਸ ਨੂੰ ਹੈ। ਭਗਤ ਜੀ ਕਹਿੰਦੇ ਐਸਾ ਵਿਸ਼ਾਲ ਰੂਪ ਵੇਖ ਦੈਂਤਾਂ ਦੀ ਸਭਾ ਡਰ ਗਈ, ਸਾਰੇ ਭੱਜ ਕੇ ਉੱਠ ਗਏ ਇੱਕ ਦੋ ਨੂੰ ਛੱਡ ਕੇ, ਪਰ ਮੈਨੂੰ ਨਹੀਂ ਸੀ ਡਰ ਲੱਗਦਾ, ਕਿਉਂਕਿ ਉਹ ਡਰਾਉਣ ਨਹੀਂ ਆਇਆ, ਆਪਣੇ ਪਿਆਰੇ ਨੂੰ ਬਚਾਉਣ ਆਇਆ ਏ। ਕੰਠ ਰੋਮ ਕਰ ਧਰਸਤ ਘਨ ਕੋ, ਸੁਰਗ ਧੀਕ ਬਿਸਤਾਰਿਓ ਤਨ ਕੋ। ਵੱਡਾ ਸਰੀਰ ਬਣਾ ਲਿਆ। ਉਧਰ ਸਵਰਗਾਂ ਦੇ ਦੇਵਤਿਆਂ ਜਦੋਂ ਇਹ ਚੀਜ਼ ਵੇਖੀ, ਉਹ ਕਹਿੰਦੇ ਰੱਬ ਜੀ ਆਪ ਚਲੇਗੇ ਧਰਤੀ ਤੇ। ਬ੍ਰਹਮਾ, ਵਿਸ਼ਨ, ਮਹੇਸ਼, ਤਿੰਨੋਂ ਦੇਵਤੇ ਰਾਜੇ ਇੰਦਰ ਦੇ ਸਮੇਤ ਹੋਰ ਦੇਵਤਿਆਂ ਨੂੰ ਲੈ ਕੇ ਅਸਮਾਨ ਵਿੱਚ ਆਨ ਪੁੱਜੇ ਨੇ। ਉਹ ਹੈ ਅਜੁਤ ਕਟ ਜਿਨ ਸ਼ੀਨਾ, ਦੋਨੋਂ ਬਾਹੋ ਵਿਸ਼ਾਲ ਸੋ ਪੀਨਾ। ਕਹਿੰਦੇ ਵਿਸ਼ਾਲ ਵੱਡੀਆਂ ਬਾਹਾਂ ਨੇ, ਪਤਲਾ ਜਿਹਾ ਲੱਕ ਹੈ, ਪਤਲਾ ਜਿਹਾ ਸਰੀਰ ਹੈ ਨਰਸਿੰਘ ਦਾ, ਪਰ ਸਰੀਰ ਪੱਖੋਂ ਹਿਰਣਕਸ਼ਪ ਤੋਂ ਕਮਜ਼ੋਰ ਲੱਗਦਾ ਸੀ। ਦੈਂਤਾਂ ਦੇ ਰਾਜੇ ਨਾਲੋਂ ਨਰਸਿੰਘ ਦਾ ਸਰੀਰ ਬਹੁਤ ਕਮਜ਼ੋਰ ਹੈ, ਪਰ ਦੈਂਤਾਂ ਦੇ ਰਾਜੇ ਦਾ ਸਰੀਰ ਕਹਿੰਦੇ ਵੇਖਣ ਵਾਲਾ ਸੀ। ਛੇਤੀ ਛੇਤੀ ਉਹਦੇ ਨੇੜੇ ਕੋਈ ਨਹੀਂ ਆਉਂਦਾ, ਛੇਤੀ ਛੇਤੀ ਕੋਈ ਉਹਦਾ ਮੁਕਾਬਲਾ ਨਹੀਂ ਕਰਦਾ। ਤਿੰਨੇ ਲੋਕਾਂ ਤੇ ਰਾਜ ਕਰਨ ਵਾਲਾ ਹੈ, ਉਹਨੂੰ ਹੰਕਾਰ ਕਿੰਨਾ ਹੈ ਆਪਣੀ ਬੰਦਗੀ ਦਾ, ਆਪਣੀ ਭਗਤੀ ਦਾ। ਪਰ ਨਰਸਿੰਘ ਦੇ ਸਾਹਮਣੇ ਜਦੋਂ ਉਹਨੇ ਤਲਵਾਰ ਚੁੱਕੀ ਹੈ, ਕਹਿੰਦੇ ਉਹ ਵੀ ਆਪਣੀ ਥਾਂ ਤੋਂ ਉਤਰ ਕੇ ਥੱਲੇ ਆ ਗਿਆ। ਕਿੱਡਾ ਦਲੇਰ ਹੋਊਗਾ ਜੀ, ਜਿਹੜਾ ਨਰਸਿੰਘ ਦੇ ਨਾਲ ਮੁਕਾਬਲਾ ਕਰਨ ਵਾਸਤੇ ਫੇਰ ਅੱਜ ਤਿਆਰ ਹੋਇਆ ਏ। ਕੁਟਲ ਬਿਕਟ ਨਖਿਅਤ ਸ਼ੈ ਘੋਰਾ, ਬਜਰ ਆਦਤੇ ਅਧਿਕ ਕਠੋਰਾ। ਉਸ ਨਰਸਿੰਘ ਦੇ ਹੱਥਾਂ ਉੱਤੇ ਕਹਿੰਦੇ 9 ਲੱਗੇ, ਬਹੁਤ ਵੱਡੇ ਵੱਡੇ ਤਿੱਖੇ ਸੀ, ਸਲਾਈਆਂ ਦੇ ਵਾਂਗ ਤਪ ਰਹੇ ਨੇ, ਜਿਵੇਂ ਤੰਦੂਰ ਦੀਆਂ ਸਲਾਈਆਂ ਹੁੰਦੀਆਂ ਨੇ। ਕਹਿੰਦੇ ਆਪਣੀਆਂ ਬਾਹਾਂ ਨੂੰ ਹਵਾ 'ਚ ਫੈਲਾਰਦੇ ਆ, ਉਲਾਰਦੇ ਆ। ਪਰ ਹਿਰਣਕਸ਼ਪ ਇੱਕ ਗੱਲ ਤੋਂ ਖੁਸ਼ ਸੀ ਵੀ ਇੱਕ ਤਲਵਾਰ ਦੇ ਨਾਲ ਬਾਹਾਂ ਤੇ 9 ਕੱਟ ਦਿਆਂਗਾ, ਇਹਦੇ ਕੋਲ ਕਿਹੜਾ ਕੋਈ ਹਥਿਆਰ ਹੈ। ਤੁਸੀਂ ਇਹ ਵੇਖੋ ਵੀ ਜੰਗ ਕਿੱਡਾ ਵੱਡਾ ਹੈ। ਐਵੇਂ ਪਲ ਵਿੱਚ ਹੀ ਆ ਕੇ ਨਰਸਿੰਘ ਨੇ ਨਹੀਂ ਮਾਰ ਦਿੱਤਾ ਹਰਨਾਕਸ਼ ਨੂੰ। ਰੱਬ ਨੇ ਵੀ ਵੇਖਿਆ ਇਹਨੇ ਭਗਤੀ ਕੀਤੀ ਹੋਈ ਹੈ, ਤਪੱਸਿਆ ਕੀਤੀ ਹੋਈ ਹੈ, ਮਾਰਨ ਲਈ ਸਮਾਂ ਤੇ ਲੱਗੂਗਾ। ਉਹਨੇ ਆਪਣੇ ਲੰਬੇ ਲੰਬੇ ਨੌਹਾਂ ਨੂੰ ਪਸਾਰਿਆ ਤੇ ਕਹਿੰਦੇ ਗੁੱਸੇ ਵਿੱਚ ਸਾਹਮਣੇ ਦੈਂਤਾਂ ਦਾ ਰਾਜਾ ਹੱਸਦਾ ਏ, ਕਹਿੰਦਾ ਚਲਿਆ ਜਾ ਓਏ ਇੱਥੋਂ, ਚਲਿਆ ਜਾ, ਤੂੰ ਜੋ ਵੀ ਹੈ, ਜਿੱਥੋਂ ਵੀ ਆਇਆ ਏ, ਤੈਨੂੰ ਜਾਣਾ ਪਏਗਾ, ਵਰਨਾ ਤੂੰ ਅੱਜ ਮਾਰਿਆ ਜਾਏਗਾ। ਮੇਰੇ ਹੱਥੋਂ ਕਿਉਂ ਮਰਨੇ ਆਇਆ ਏ। ਦੇਖਤ ਭਾਜੇ ਦਾਨਵ ਸਰਬਾ, ਦੈਂਤ ਰਾਜ ਗਹਿ ਗਦਾ ਸੁਗਰਬਾ। ਜਦੋਂ ਕਹਿੰਦੇ ਨਰਸਿੰਘ ਜੀ ਨੇ ਆਪਣਾ ਦਾਬਾ ਜਾ ਮਾਰਿਆ ਨਾ, ਗਰਜਨੀ ਆਵਾਜ਼ 'ਚ ਬੋਲੇ, ਕੁਛ ਦੈਂਤ ਰਹਿ ਗਏ ਸੀ, ਬਾਕੀ ਤੇ ਭੱਜ ਭੁੱਜ ਗਏ। ਕਹਿੰਦੇ ਉਹਨਾਂ ਫਿਰ ਸਭਾ 'ਚ ਇੱਕ ਗੇੜਾ ਲਾਤਾ, ਜਿਹੜੇ ਬੈਠੇ ਹੋ ਗਏ ਭੱਜ ਗਏ, ਖਾਲੀ ਕਰਤੀ ਸਭਾ। ਜਦੋਂ ਕਹਿੰਦੇ ਪਰਮਾਤਮਾ ਜੀ ਨੇ ਪਿੱਠ ਕੀਤੀ ਨਾ ਘੁੰਮਣ ਵੇਲੇ, ਬੜੀ ਚਲਾਕੀ ਦੇ ਨਾਲ ਹਿਰਣਕਸ਼ਪ ਨੇ ਆਪਣੀ ਭੱਜ ਕੇ ਗਦਾ ਚੁੱਕ ਲਈ, ਜੋ ਹਨੂਮਾਨ ਜੀ ਦੇ ਕੋਲ ਹੁੰਦੀ ਹੈ। ਚਲਾਕ ਸੀ, ਗਦਾ ਚੁੱਕੀ ਵੀ ਜਦ ਇਹ ਜੀਵ ਜਾਨਵਰ ਗੇੜਾ ਲਾਏਗਾ, ਇਹਦੇ ਸਿਰ ਵਿੱਚ ਮੈਂ ਗਦਾ ਮਾਰਨੀ ਹੈ। ਆਪਾਂ ਕਹਿੰਦੇ ਆ ਹੁਣ ਕਈ ਵਾਰ ਨਾ ਲੋਕੀ ਇਤਿਹਾਸ ਸੁਣਾਉਂਦੇ ਸੋਚਦੇ ਆ, ਸੁਣਨ ਵਾਲੇ ਵੀ ਕਹਿੰਦੇ ਜੀ ਰੱਬ ਦਾ ਕੀ ਵੈਰ ਸੀ ਹਰਨਾਕਸ਼ ਨਾਲ, ਵਿਚਾਰੇ ਨੂੰ ਚੰਗੇ ਭਲੇ ਨੂੰ ਮਾਰਨ ਤੁਰ ਪਿਆ। ਅੱਜ ਸੁਣ ਲਿਓ ਚੰਗਾ ਭਲਾ ਕਿਹੋ ਜਿਹਾ ਸੀ। ਉਹ ਰੱਬ ਦੇ ਪਿਆਰਿਆਂ ਨੂੰ ਨਹੀਂ ਬਖਸ਼ਿਆ ਉਹਨੇ। ਰੱਬ ਉਦੋਂ ਹੀ ਮਾਰਨ ਵਾਸਤੇ ਆਉਂਦਾ ਹੈ ਜਦ ਕੋਈ ਜ਼ੁਲਮ ਦੀ ਇਮਤਿਹਾਨ ਕਰ ਦਿੰਦਾ ਏ। ਮਾੜੇ ਮੋਟੇ ਜ਼ੁਲਮ ਵਾਲੇ ਨੂੰ ਕੁਝ ਨਹੀਂ ਕਹਿੰਦਾ, ਬੜੇ ਆਉਂਦੇ ਕਰਕੇ ਤੁਰ ਜਾਂਦੇ ਆ, ਪਰ ਜਦੋਂ ਕੋਈ ਅੱਤ ਚੁੱਕ ਲੈ ਨਾ ਫੇਰ ਆਉਂਦਾ ਹੈ। ਜਿਸ ਵੇਲੇ ਨਰਸਿੰਘ ਨੇ ਭਰੀ ਸਭਾ 'ਚ ਗੇੜਾ ਲਾ ਕੇ ਸਭ ਨੂੰ ਭਜਾਇਆ, ਪ੍ਰਹਿਲਾਦ ਜੀ ਕਹਿੰਦੇ ਮੈਨੂੰ ਸੀਸ ਝੁਕਾਤਾ ਉਹਨਾਂ ਨੇ।
ਤੇ ਮੈਨੂੰ ਇਸ਼ਾਰਾ ਕੀਤਾ ਤੂੰ ਤਖਤ ਤੇ ਬੈਠ। ਮੈਂ ਕਿਹਾ ਨਹੀਂ, ਪਰਮਾਤਮਾ ਜੀ ਨੇ ਇਸ਼ਾਰਾ ਕੀਤਾ ਵੀ ਇਹ ਤਖਤ ਹੁਣ ਤੇਰਾ ਏ। ਪਰ ਕਹਿੰਦੀ ਉਧਰ ਤਖਤ ਦੇ ਮਾਲਕ ਨੇ ਗਦਾ ਚੁੱਕ ਲਈ, ਗੁੱਸੇ ਵਿੱਚ ਗਦਾ ਲੈ ਕੇ ਤਲਵਾਰ ਰੱਖ ਕੇ ਨਰਸਿੰਘ ਦੇ ਪਿੱਛੇ ਆ ਗਿਆ। ਪਾਲਨ ਨਿਦ ਹੁਤੋ ਧਰੇ ਔਰ ਧੀਰਾ, ਆਵਾ ਸਨਮੁਖ ਜੋ ਵੱਡ ਵੀਰਾ। ਕਹਿੰਦੇ ਬਹੁਤ ਵੱਡਾ ਸੂਰਵੀਰ ਬਣ ਕੇ ਆਪਣੇ ਮੰਤਰਾਂ ਦਾ ਉਚਾਰਨ ਕਰਕੇ ਸਮਾਂ ਮਿਲ ਗਿਆ ਨਾ ਹਿਰਣਕਸ਼ਿਪ ਨੂੰ। ਆਪਣੀ ਭਗਤੀ ਦੇ ਬਲ ਵਿੱਚ ਆ ਕੇ ਉਹਨੇ ਨਰਸਿੰਘ ਨੂੰ ਲਲਕਾਰਿਆ ਤੇ ਇੱਕਦਮ ਪਿੱਠ ਘੁਮਾ ਕੇ ਜਦੋਂ ਨਰਸਿੰਘ ਨੇ ਵੇਖਿਆ ਖੜ ਗਏ, ਦਹਾੜ ਮਾਰੀ, ਬੜੇ ਪ੍ਰਸੰਨ ਹੋਏ। ਮਹਾ ਮਤ ਕੁੰਚਰ ਜਿਉ ਧਾਇਓ, ਤਿਉ ਸ੍ਰੀ ਨਾਇਹਰ ਕੀ ਢਿਗ ਆਇਓ। ਇੱਧਰ ਤੇ ਨਰਸਿੰਘ ਜੀ ਖੜੇ ਆ, ਉਧਰ ਗਦਾ ਲੈ ਕੇ ਭੱਜ ਕੇ ਏਦਾਂ ਆਇਆ ਜਿਵੇਂ ਕਿਤੇ ਮਸਤ ਹਾਥੀ ਦੌੜਿਆ ਆਵੇ ਮਾਰਨ ਵਾਸਤੇ। ਰੱਬ ਨੇ ਕਦੇ ਵੀ ਕਿਸੇ ਨੂੰ ਨਹੀਂ ਮਾਰਿਆ, ਹਮੇਸ਼ਾ ਪਹਿਲ ਦੂਜੇ ਨੂੰ ਦਿੱਤੀ। ਰੱਬ ਦੀ ਨਿਸ਼ਾਨੀ ਹੈ। ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹੋ, ਜੇ ਕੋਈ ਦੁਸ਼ਮਣ ਬਣ ਕੇ ਵੀ ਆਇਆ, ਮਰਦ ਨੇ ਇੱਕ ਨਹੀਂ ਤਿੰਨ ਮੌਕੇ ਦਿੱਤੇ ਮਾਰਨ ਦੇ, ਕਹਿੰਦੇ ਮਾਰ ਲੈ। ਬਸ ਫਿਰ ਤੀਜੀ ਵਾਰ ਪਾਣੀ ਮੰਗਣ ਨਹੀਂ ਦਿੱਤਾ। ਚਾਹੇ ਗੁਰੂ ਕਲਗੀਧਰ ਜੀ ਦੇ ਯੁੱਧ ਪੜ੍ਹ ਲਓ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜ੍ਹ ਲਓ, ਹੋਰ ਵੀ ਬਹੁਤ ਕੁਝ ਹੈ। ਪਹਿਲ ਸਤਿਗੁਰਾਂ ਨੇ ਬੁਰਾਈ ਕਰਨ ਵਾਲੇ ਨੂੰ ਦਿੱਤੀ, ਵੀ ਲੈ ਪਹਿਲਾਂ ਤੂੰ ਕਿਰਪਾਨ ਚੁੱਕ ਲਾ, ਤੂੰ ਵਾਰ ਕਰ ਲੈ। ਕਹਿੰਦੇ ਹਿਰਣਕਸ਼ਿਪ ਨੂੰ ਵੀ ਉਸ ਰੱਬ ਜੀ ਨੇ ਮੌਕਾ ਦਿੱਤਾ। ਉਹਨੇ ਗਦਾ ਚੁੱਕੀ ਹੈ ਮਸਤ ਹਾਥੀ ਵਾਂਗ, ਐਡਾ ਬਲੀ ਸੀ ਉਹ, ਜਿਹੜਾ ਦੇਵਤਿਆਂ ਨੂੰ ਫੜ ਕੇ ਅੰਦਰ ਸੁੱਟ ਲੈਂਦਾ ਸੀ। ਉਹ ਸੋਚੋ ਕਿੰਨਾ ਬਲੀ ਹੋਣਾ, ਜਿਹਨੂੰ ਮਾਰਨ ਲਈ ਰੱਬ ਨੂੰ ਆਪਣਾ ਰੂਪ ਧਾਰਨ ਕਰਨਾ ਪੈ ਗਿਆ। ਤੁਸੀਂ ਸੋਚੋ ਵੀ ਉਹ ਕੋਈ ਛੋਟੀ ਚੀਜ਼ ਹੋਣੀ। ਗਦਾ ਚੁੱਕੀ ਉਹਨੇ ਮੌਤ ਵੱਡੀ, ਮਾਰਨ ਵਾਸਤੇ ਉਹ ਅੱਗੇ ਵਧਿਆ ਏ। ਕਹੀ ਗਦਾ ਕਰ ਜੋਰ ਪਰਿਹਾਰੀ, ਪੌਨੇ ਤਿਉਤ ਫਿਰ ਘਾਤ ਵਿਚਾਰੀ। ਬੜੀ ਜ਼ੋਰ ਦੀ ਨਾਲ ਕਹਿੰਦੇ ਉਹਨੇ ਗਦਾ ਦਾ ਵਾਰ ਕੀਤਾ ਤੇ ਨਰਸਿੰਘ ਨੇ ਹੱਥ ਅੱਗੇ ਕਰਕੇ ਗਦਾ ਰੋਕ ਲਈ। ਵੱਜੀ ਬਹੁਤ ਜ਼ੋਰ ਦੀ, ਜਿਵੇਂ ਹੱਡੀਆਂ ਟੁੱਟਦੀਆਂ, ਕਹਿੰਦੇ ਆਵਾਜ਼ ਆਈ। ਹੁਣ ਗਦਾ ਮਾਰਨ ਤੋਂ ਬਾਅਦ ਹਿਰਣਕਸ਼ਿਪ ਬਹੁਤ ਦੂਰ ਜਾ ਕੇ ਪਿੱਛੇ ਡਿੱਗਾ, ਕਿਉਂਕਿ ਮਾਰੀ ਬਹੁਤ ਜ਼ੋਰ ਨਾਲ ਹੈ। ਫਿਰ ਉਹਨੇ ਦਾ ਪੇਚ ਬਚਾਏ। ਰੱਬ ਜੀ ਨੇ ਫੇਰ ਗਰਜਣਾ ਮਾਰੀ, ਮੌਕਾ ਦਿੱਤਾ। ਕੋਈ ਗੱਲ ਨਹੀਂ, ਕੱਲ ਨੂੰ ਇਹਨੂੰ ਪਛਤਾਵਾ ਨਾ ਰਵੇ ਵੀ ਮੈਨੂੰ ਤੇ ਮੌਕਾ ਹੀ ਨਹੀਂ ਦਿੱਤਾ ਜੀ। ਰੱਬ ਆਇਆ ਧੱਕਾ ਕਰ ਗਿਆ ਮੇਰੇ ਨਾਲ, ਉਹ ਦੁਸ਼ਮਣ ਨਾਲ ਵੀ ਧੱਕਾ ਨਹੀਂ ਕਰਦਾ। ਪਿੱਛੇ ਹੋਇਆ, ਉਹਨੇ ਫੇਰ ਉੱਠ ਕੇ ਮੰਤਰਾਂ ਦਾ ਜਾਪ ਕੀਤਾ। ਦੂਜੀ ਵਾਰੀ ਮਾਰਨ ਦੀ ਤਿਆਰੀ ਵਿੱਚ ਫੇਰ ਆਇਆ। ਉਹ ਸੋਚਦਾ ਇਹਦੇ ਸਿਰ ਤੇ ਵਾਰ ਕਰਾਂ, ਕਿਉਂਕਿ ਗਦਾ ਬਣੀ ਹੀ ਇਸੇ ਤਰੀਕੇ ਨਾਲ ਹੁੰਦੀ ਹੈ ਵੀ ਇਹ ਸਿਰ ਤੇ ਵਾਰ ਕਰਦੀ ਤੇ ਵਿੱਚ ਕੱਢ ਦਿੰਦੀ ਸਿਰ ਦੀ। ਪਹਿਲੀ ਵਾਰ ਸਿਰ ਤੇ ਮਾਰਨ ਲੱਗਾ, ਉਹਨੇ ਹੱਥ ਕਰਕੇ ਅੱਗੋਂ ਰੋਕੀ ਹੈ ਨਰਸਿੰਘ ਜੀ ਨੇ। ਇੱਕ ਵਾਰ ਹੋ ਗਿਆ, ਦੂਜਾ ਵਾਰ ਮਾਰਨ ਦੀ ਤਿਆਰੀ ਵਿੱਚ ਹਿਰਣਕਸ਼ਿਪ ਸੱਜੇ ਖੱਬੇ ਦੌੜਦਾ ਏ। ਤੀਏ ਬਾਰ ਨੇਰ ਜਬ ਕੀਨਾ, ਸ੍ਰੀ ਨਰਸਿੰਘ ਤਬੈ ਗਹਿਲੀਨਾ। ਜਦੋਂ ਕਹਿੰਦੇ ਨੇੜੇ ਆ ਕੇ ਦੂਜੀ ਵਾਰ ਲੱਗਾ ਫੇਰ ਵਾਰ ਕਰਨ, ਨਰਸਿੰਘ ਨੇ ਦੋਨੇ ਹੱਥਾਂ ਨਾਲ ਗਦਾ ਫੜ ਲਈ, ਫੜ ਕੇ ਘੜੀਸ ਕੇ ਗੋਲੇ ਕਰ ਲਿਆ। ਫੜਿਆ, ਫੜ ਕੇ ਇੱਕ ਹੱਥ ਨਾਲ ਗਦਾ ਫੜ ਕੇ ਸੱਜੇ ਹੱਥ ਨਾਲ ਗਰਦਨ ਤੋਂ ਫੜ ਲਿਆ। ਹਿਰਣਕਸ਼ਿਪ ਉਹ ਛਡਾਉਣ ਦੀ ਕੋਸ਼ਿਸ਼ ਕਰਦਾ ਹੈ, ਤੜਫਦਾ ਹੈ ਮੈਨੂੰ ਛੱਡੇ। ਪਰ ਕਹਿੰਦੀ ਅੱਖਾਂ ਲਾਲ ਕਰਕੇ ਨਰਸਿੰਘ ਭਾਂਪੜ ਵਾਂਗੂ ਵੇਖ ਰਿਹਾ ਹੈ, ਚਿੱਤ ਕਰਦਾ ਕੱਚੇ ਨੂੰ ਖਾ ਜਾ। ਭਗਤ ਕਹਿੰਦੇ ਮੈਂ ਇਸ ਯੁੱਧ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਏ। ਬਿਨਾ ਪਰਿਆਸ ਗਰੜ ਹੈ ਗਹਿਈ, ਤਿਉ ਗਹਿਲੀਨ ਛੁਟਨ ਕੋ ਚਾਹੀ। ਕਹਿੰਦੇ ਏਦਾਂ ਫੜਿਆ ਜਿਵੇਂ ਕਿਤੇ ਗਰੜ ਉਡਾਰੀ ਮਾਰ ਕੇ ਸੱਪ ਨੂੰ ਚੁੰਝ ਨਾਲ ਫੜਦੇ, ਪੰਜਿਆਂ ਨਾਲ ਫੜਦੇ ਪੈਰਾਂ ਦੇ। ਪਰ ਹਿਰਣਕਸ਼ਿਪ ਤਰਲੋ ਮੱਛੀ ਹੋਇਆ ਵੀ ਜੇ ਮੈਨੂੰ ਛੱਡ ਦਵੇ। ਇੱਕ ਤੇ ਉਹਦੀ ਗਦਾ ਫੜੀ ਗਈ, ਉਧਰ ਜ਼ੋਰ ਲੱਗਾ, ਦੂਜੇ ਪਾਸੇ ਰੱਬ ਜੀ ਨੇ ਕਹਿੰਦੇ ਗਰਦਨ ਤੋਂ ਫੜਦੇ, ਛੱਡੇ ਹੀ ਨਾ। ਹੁਣ ਉਹਨਾਂ ਨੌਹਾਂ ਦੇ ਵਿੱਚ ਹੱਥ ਦੇ ਵਿੱਚ ਵਿਚਕਾਰ ਗਰਦਨ ਹੈ, ਤਿੰਨੇ ਲੋਕਾਂ ਦੇ ਰਾਜੇ। ਬਹੁਤ ਯਤਨ ਕੀਤੇ, ਬੜੀ ਕੋਸ਼ਿਸ਼ ਕੀਤੀ,
ਇਸ ਹੱਥ ਤੋਂ ਖਹਿੜਾ ਛੁਡਾਇਆ ਜਾਵੇ। ਲੀਲਾ ਹੇਤ ਪ੍ਰਭੂ ਪੁਨ ਛੋਰਾ, ਛੁਟ ਕਰ ਗਰਜਤ ਭਾਤਬ ਘੋਰਾ। ਅਕਾਲ ਪੁਰਖ ਪਰਮਾਤਮਾ ਦੇ ਭੇਜੇ ਹੋਏ ਸਰੂਪ ਨੇ ਲੀਲਾ ਵਰਤਾਉਣ ਵਾਸਤੇ, ਖੇਡ ਵਰਤਾਉਣ ਵਾਸਤੇ ਹੱਥ ਵਿੱਚ ਆਇਆ, ਦੁਸ਼ਮਣ ਛੱਡ ਕੇ ਪਿੱਛੇ ਕਰ ਦਿੱਤਾ। ਇੱਕਦਮ ਧੜਾਕ ਦੇਣੇ ਜਾ ਕੇ ਹਿਰਣਕਸ਼ਿਪ ਧਰਤੀ ਤੇ ਡਿੱਗਾ। ਕਹਿੰਦੇ ਡਿੱਗ ਕੇ ਜਦੋਂ ਹਿਰਣਕਸ਼ਿਪ ਨੇ ਉੱਠ ਕੇ ਫੇਰ ਗਰਜ ਮਾਰੀ, ਧਰਤੀ ਤੇ ਪੈਰ ਮਾਰਿਆ ਹਿਰਣਕਸ਼ਿਪ ਨੇ ਗੁੱਸੇ ਵਿੱਚ, ਤੇ ਅੱਗੋਂ ਪ੍ਰਭੂ ਜੀ ਗਰਜ ਗਏ ਸ਼ੇਰ ਵਾਂਗੂ। ਪਹਿਲਾ ਵਾਰ ਗਿਆ, ਦੂਜਾ ਵਾਰ ਕਰ ਆਇਆ, ਦੂਜੀ ਵਾਰੀ ਤਰਸ ਦੇ ਆਧਾਰ ਤੇ ਉਹਨਾਂ ਛੱਡ ਦਿੱਤਾ। ਲੀਲਾ ਵਰਤਾਉਣੀ ਸੀ। ਕੱਲ ਨੂੰ ਜ਼ਮਾਨਾ ਇਹ ਨਾ ਕਹੇ ਵੀ ਰੱਬ ਜਦ ਵੀ ਕਰਦਾ ਕਿਤੇ ਨਾ ਕਿਤੇ ਧੱਕਾ ਕਰਦਾ, ਉਹ ਨਹੀਂ ਕਰਦਾ। ਬੰਦੇ ਨੂੰ ਬੰਦੇ ਦੇ ਕਰਮ ਮਾਰਦੇ ਨੇ। ਹਾਹਾਕਾਰ ਦੇਵ ਸਭ ਕਰਹੀ, ਘਨ ਪਟ ਕਰ ਦੇਖੇ ਔਰ ਡਰਹੀ। ਇੰਨੀ ਵਾਰ ਕਿਉਂ ਮੌਕਾ ਦਿੱਤਾ? ਕਿਉਂਕਿ ਅਜੇ ਮੌਤ ਦਾ ਸਮਾਂ ਨਹੀਂ ਸੀ ਆਇਆ। ਇਸੇ ਕਰਕੇ ਉਹ ਡਿਲੇ ਕਰ ਰਹੇ ਸੀ, ਵਕਤ ਅਜ਼ਾਈ ਗਵਾ ਰਹੇ ਸੀ। ਜਦੋਂ ਨੇੜੇ ਆਇਆ ਨਾ ਸਮਾਂ, ਤੇ ਨਰਸਿੰਘ ਨੇ ਹੁਣ ਗਰਜ ਕੇ ਪੈਰ ਮਾਰਿਆ ਧਰਤੀ ਤੇ, ਮਿੱਟੀ ਪੱਟੀ ਪੈਰ ਨਾਲ। ਉਧਰ ਸਾਹਮਣੇ ਵੀ ਉਹ ਪੈਰ ਮਾਰਦਾ। ਇਹ ਸੂਰਬੀਰਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜਦ ਕੋਈ ਯੋਧਾ ਯੁੱਧ 'ਚ ਜਾਂਦਾ ਨਾ, ਧਰਤੀ ਤੇ ਪੈਰ ਮਾਰ ਕੇ ਜਾਂਦਾ ਗੁੱਸੇ ਵੀ ਆ ਇੱਧਰ। ਹੁਣ ਸਾਹਮਣੇ ਵਾਲਾ ਸੋਚਦਾ ਮੈਂ ਗਦਾ ਛੱਡਾਂ, ਤਲਵਾਰ ਚੁੱਕਾਂ, ਟੁਕੜੇ ਟੁਕੜੇ ਕਰ ਦੇਵਾਂ। ਪ੍ਰਭ ਕੇ ਬਲ ਮਹਿ ਸ਼ੰਕਾ ਮਨ ਹੈ, ਹਿਰਨਾਕਸ਼ ਕੋ ਬਲੀ ਪਛਾਨ ਹੈ। ਪਰ ਇੱਥੇ ਦੇਵੀ ਦੇਵਤੇ ਭੰਬਲ ਭੂਸੇ 'ਚ ਪੈ ਗਏ ਜੀ, ਸ਼ਰਤਾਂ ਲਾਈ ਬੈਠੇ ਇੱਕ ਦੂਜੇ ਨਾਲ। ਕੋਈ ਕਹਿੰਦਾ ਹਿਰਣਕਸ਼ਿਪ ਨੂੰ ਨਹੀਂ ਹਰਾ ਸਕਦਾ ਨਰਸਿੰਘ, ਕਿਉਂਕਿ ਉਹ ਮੰਨਦੇ ਵਿਸ਼ਨੂੰ ਹੈ। ਇਹ ਕੀ ਕਰੂਗਾ? ਹਿਰਣਕਸ਼ਿਪ ਨੇ ਜੇ 33 ਕਰੋੜ ਦੇਵੀ ਦੇਵਤਾ ਫੜ ਕੇ ਅੰਦਰ ਕਰਤਾ, ਆਹ ਕੀ ਚੀਜ਼ ਹੈ? ਮਤਲਬ ਉਹਨੂੰ ਵੀ ਅੰਡਰ ਐਸਟੀਮੇਟ ਕਰੀ ਫਿਰਦੇ ਸੀ। ਤਮਾਸ਼ਾ ਦੇਖਣ ਆ ਗਏ, ਦੈਂਤ ਇਕੱਠੇ ਹੋ ਗਏ, ਕਹਿੰਦੇ ਅੱਜ ਬਣੀ ਗੱਲ, ਅੱਜ ਲੱਗੀ ਝੱਟ। ਤਿੰਨੇ ਲੋਕਾਂ ਦੇ ਵਿੱਚ ਇਹ ਦ੍ਰਿਸ਼ ਅਸਮਾਨ ਤੋਂ ਦੇਖਿਆ ਜਾ ਰਿਹਾ ਏ। ਇਹ ਖਗਪਤ ਜਿਉ ਖੇਲਣ ਹਿਤਾ, ਲਖਤ ਨ ਕਰਹਿ ਕਿਰਪਾ ਨ ਕੀਤਾ। ਜਿਵੇਂ ਇੱਕ ਬਾਜ ਆਪਣੇ ਸ਼ਿਕਾਰ ਨੂੰ ਪੰਜਿਆਂ ਨਾਲ ਚੁੱਕ ਲੈਂਦਾ, ਫੇਰ ਛੱਡ ਦਿੰਦਾ, ਫੇਰ ਚੁੱਕ ਲੈਂਦਾ ਏ। ਕਹਿੰਦੇ ਰੱਬ ਜੀ, ਪਰਮਾਤਮਾ ਜੀ ਖੇਡ ਵਰਤਾਉਣ ਵਾਸਤੇ, ਦੁਨੀਆ ਨੂੰ ਉਲਝਾਉਣ ਵਾਸਤੇ ਕਰਕੇ ਵਿਖਾ ਰਹੇ ਸੀ। ਦੇਵਤੇ ਕਹਿੰਦੇ ਅੱਜ ਨਹੀਂ ਨਰਸਿੰਘ ਬਚਦਾ, ਇਹ ਨਹੀਂ ਬਚਦਾ, ਕਿਉਂਕਿ ਸਾਹਮਣੇ ਕੋਈ ਛੋਟੀ ਮੋਟੀ ਚੀਜ਼ ਥੋੜੀ ਹੈ। ਤਿੰਨ ਲੋਕਾਂ ਦਾ ਰਾਜਾ, ਜਿਹਦਾ ਰਾਜ ਅੱਜ ਦੇਵਤੇ ਵੀ ਚੱਲ ਰਹੇ ਆ। ਵੱਡੇ ਵੱਡੇ ਰਾਖਸ਼ ਜਿਹਦਾ ਪਾਣੀ ਭਰਦੇ ਨੇ। ਉਨ ਦਨ ਜੀਸ ਲਈ ਅਸ ਢਾਲਾ, ਆਇਓ ਪ੍ਰਭ ਸਮੀਪ ਤਤਕਾਲਾ। ਰੱਬ ਨੇ ਤੀਜਾ ਮੌਕਾ ਦਿੱਤਾ। ਕਹਿੰਦੇ ਤਿੱਖੀ ਤਲਵਾਰ ਚੁੱਕੀ ਤੇ ਇੱਕ ਹੱਥ ਚੁੱਕ ਲਈ ਢਾਲ ਹਿਰਣਕਸ਼ਿਪ ਨੇ। ਕਦੇ ਸੁਣਿਆ ਆਪ ਜੀ ਨੇ ਵੀ ਇੰਨਾ ਕੁਝ ਹੋਇਆ ਹੋਵੇ? ਪਹਿਲੀ ਵਾਰ ਉਹਨੇ ਵਾਰ ਕੀਤਾ ਸਿਰ ਉੱਤੇ ਗਦਾ ਦੇ ਨਾਲ, ਦੂਜੀ ਵਾਰੀ ਉਹਨੇ ਫੇਰ ਵਾਰ ਕੀਤਾ, ਰੱਬ ਨੇ ਛੱਡ ਦਿੱਤਾ। ਤੀਜੀ ਵਾਰੀ ਤਲਵਾਰ ਚੁੱਕੀ ਆ ਤੇ ਢਾਲ ਚੁੱਕ ਲਈ ਵੀ ਗਰਦਨ ਲਾ ਕੇ ਉਹ ਲਾ ਸਕਦਾ ਸੀ, ਕੋਈ ਸ਼ੱਕ ਨਹੀਂ। ਹਿਰਣਕਸ਼ਿਪ ਵਰਗਾ ਬਲੀ ਬੰਦਾ ਰਾਵਣ ਵੀ ਨਹੀਂ ਸੀ। ਮਤਾ ਕੋਈ ਸੋਚੇ ਰਾਵਣ ਐਡਾ ਬਲੀ ਸੀ, ਨਾ ਜੀ। ਹਰਨਾਕਸ਼ ਵਰਗਾ ਬਲੀ ਕੌਣ ਹੋ ਸਕਦਾ ਹੈ? ਬਾਣੀ ਲਿਖਦੀ ਹੈ ਹਰਨਾਕਸ਼ ਦੁਸ਼ਟ ਹਰ ਮਾਰਿਆ। ਹਰ ਕਿਉਂ ਕਹਿੰਦੇ ਆ? ਇਹਦੇ ਕੋਲ ਵਾਰੀ ਇੰਨੀ ਸੀ, ਨੂੰ ਕੋਈ ਹਰ ਨਹੀਂ ਸਕਦਾ ਸੀ, ਮਾਰ ਨਹੀਂ ਸਕਦਾ ਸੀ, ਉਹਨੂੰ ਵੀ ਮਾਰਤਾ। ਜਿਸ ਬੰਦੇ ਨੂੰ ਪਤਾ ਮੈਨੂੰ ਕੋਈ ਮਾਰ ਨਹੀਂ ਸਕਦਾ, ਉਹ ਅੱਤ ਚੱਕੂਗਾ ਨਾ। ਇੱਥੇ ਸਭ ਨੂੰ ਪਤਾ ਸੀ ਮਰ ਜਾਣਾ, ਅੱਤ ਤੇ ਦੁਨੀਆ ਦੇ ਵਿੱਚ ਚੱਕੀ ਹੋਈ ਹੈ। ਹਰ ਬੰਦਾ ਕਹਿੰਦਾ ਮਰਦਾ ਮਰਦਾ ਕਿਸੇ ਨੂੰ ਲੈ ਦੇ ਬੈਠਾ, ਜੇ ਮੈਂ ਸੁਖੀ ਨਹੀਂ ਬਾਕੀਆਂ ਨੂੰ ਸੁਖੀ ਹੋਣ ਕਿਵੇਂ ਦਿਆਂ? ਪਰ ਤਿੰਨੇ ਲੋਕਾਂ ਤੇ ਰਾਜ ਕਰਨ ਵਾਲਾ ਜਿਹਨੇ ਕਦੇ ਨਹੀਂ ਮਰਨਾ, ਕਹਿੰਦੇ ਉਹਨੇ ਤਲਵਾਰ ਚੁੱਕ ਲਈ ਤੇ ਢਾਲ ਚੁੱਕੀ, ਲੈ ਕੇ ਤਲਵਾਰ ਢਾਲ ਤੇ ਖੜਕਾ ਕੇ ਅੱਗ ਕੱਢੀ, ਉਹਨੇ ਚੰਗਿਆੜੀਆਂ ਕੱਢੀਆਂ।
ਹਰਨਾਕਸ਼ ਸਾਹਮਣੇ ਆ ਗਿਆ ਨਰਸਿੰਘ ਦੇ। ਕਹਿੰਦੇ ਥੋੜਾ ਜਿਹਾ ਨਰਸਿੰਘ ਪਿੱਛੇ ਹੋਏ, ਹੁੰਦੇ ਹੁੰਦੇ ਮੁੱਖ ਦਰਵਾਜ਼ੇ ਦੇ ਕੋਲ ਆ ਗਏ। ਸਿੰਘ ਗਰਜ ਤੁਨ ਕੋਰਾ ਧਾਰਨ ਕੀਏ ਚਹੁ ਔਰ ਕਠੋਰਾ। ਕਹਿੰਦੇ ਚਾਰੇ ਤਰਫ ਨਰਸਿੰਘ ਨੇ ਆਪਣੀ ਜਾਨ ਬਚਾਉਣ ਵਾਸਤੇ ਸਭਾ 'ਚ ਗੇੜਾ ਲਾਇਆ, ਕਦੇ ਸੱਜੇ ਕਦੇ ਖੱਬੇ। ਇਹਦੇ ਨਾਲ ਕੀ ਹੋਇਆ? ਉਹਦਾ ਮਨੋਬਲ ਵੱਧ ਗਿਆ ਦੁਸ਼ਮਣ ਦਾ, ਵੀ ਇਹਦੇ ਗਿਆ। ਉਧਰ ਦੇਵਤੇ ਕਹਿਣ, ਕਹਿੰਦੇ ਹੁਣ ਨਹੀਂ ਨਰਸਿੰਘ ਬਚਦਾ, ਖੋ ਸਤਨਾਮ। ਇਹ ਗਲਤ ਬੰਦੇ ਦੇ ਧੱਕੇ ਚੜ ਗਿਆ, ਇਹਨੇ ਮਾਰ ਦਿੱਤਾ। ਕਿਉਂਕਿ ਅੱਜ ਦਾਨਵਾਂ ਦੇ ਰਾਜੇ ਨੇ ਤਲਵਾਰ ਤੇ ਢਾਲ ਚੁੱਕੀ ਹੋਈ ਹੈ। ਉਹਦੇ ਵਰਗਾ ਯੋਧਾ ਹੈ ਕੌਣ ਹੈ? ਰਾਜੇ ਇੰਦਰ ਵਰਗੇ ਉਹਦੇ ਸਾਹਮਣੇ ਨਹੀਂ ਸੀ ਖੜਦੇ, ਹਥਿਆਰ ਸੁੱਟ ਦਿੰਦੇ ਸੀ, ਹੱਥ ਖੜੇ ਕਰ ਦਿੰਦੇ ਸੀ। ਬ੍ਰਹਮਾ ਨਹੀਂ ਸੀ ਖੜਿਆ ਉਹਦੇ ਸਾਹਮਣੇ, ਉਹਨੂੰ ਵੀ ਛਲ ਕਪਟ ਕਰਨਾ ਪੈ ਗਿਆ। ਪਰ ਨਰਸਿੰਘ ਨੇ ਸੱਜੇ ਖੱਬੇ ਹੋ ਕੇ ਆਪਣੀ ਜਾਨ ਬਚਾਈ। 2-3 ਵਾਰ ਇਹਨੂੰ ਗਰਜ ਕੇ ਉਹਨੇ ਵੰਗਾਰਿਆ ਏ। ਦੌਰ ਗਇਓ ਦਨ ਜਿਸੈ ਸੇ ਐ ਗਹਿਲੀਤ ਮੀਂਡ ਕੈ ਜੈਸੇ। ਜਦੋਂ 2-3 ਵਾਰ ਰੱਬ ਜੀ ਅੱਗੇ ਅੱਗੇ ਭੱਜੇ, ਹਿਰਣਕਸ਼ਿਪ ਦਾ ਮਾਣ ਵੱਧ ਗਿਆ, ਹੰਕਾਰ ਵੱਧ ਗਿਆ, ਕਿਰਪਾਨ ਖੜਕਾਉਂਦਾ ਹੈ। ਆਖਰਕਾਰ ਗਰਜ ਕੇ ਨਰਸਿੰਘ ਨੇ ਛਾਲ ਮਾਰੀ ਉੱਤੇ, ਫਿਰ ਛੱਡ ਦਿੱਤਾ। ਜਿਵੇਂ ਇੱਕ ਕਾਂ ਇੱਲ ਡੱਡੂ ਨੂੰ ਫੜ ਲੈਂਦੇ ਆ ਨਾ, ਚੁੰਝਾਂ ਮਾਰੀਆਂ ਛੱਡ ਦਿੰਦੇ ਆ। ਬਗਲਾ ਵੇਖਿਆ ਹੋਣਾ ਤੁਸੀਂ ਕਦੇ, ਡੱਡੂ ਤੇ ਮਛਲੀ ਨੂੰ ਫੜ ਲੈਂਦਾ, ਦਬੋਚ ਲੈਂਦਾ, ਫਿਰ ਛੱਡ ਦਿੰਦਾ, ਫਿਰ ਦਬੋਚ ਲੈਂਦਾ। ਕਹਿੰਦੇ ਨਰਸਿੰਘ ਹੱਥਾਂ ਨਾਲ ਫੜ ਲੈਂਦੇ ਆ, ਫਿਰ ਧੱਕਾ ਮਾਰ ਕੇ ਸੁੱਟ ਦਿੰਦੇ ਆ। ਉੱਠ ਕੇ ਤਲਵਾਰ ਚੁੱਕ ਕੇ ਫੇਰ ਆਉਂਦਾ, ਉਹਦਾ ਦਾ ਨਹੀਂ ਲੱਗ ਰਿਹਾ। ਹਿਰਣਕਸ਼ਿਪ ਦਾ ਲਾਉਣਾ ਚਾਹੁੰਦਾ ਏ। ਹਰ ਫਰਾਤ ਭਾਜਨ ਤਿਉਤ ਕੋ ਡਿੜ ਗਹਿਲੀ ਨ ਜਾਣ ਦਿਆ ਕਿਤ ਕੋ। ਇੱਥੇ ਫਿਰ ਭਗਤ ਪ੍ਰਹਿਲਾਦ ਦੱਸਦੇ ਆ, ਕਹਿੰਦੇ ਕਈ ਘੜੀਆਂ ਤੱਕ ਇਹ ਜੰਗ ਯੁੱਧ ਚੱਲਦਾ ਰਿਹਾ। ਘੜੀਆਂ ਤੱਕ, ਕੋਈ ਸੌਖਾ ਨਹੀਂ ਸੀ। ਕਿਉਂਕਿ ਸਾਹਮਣੇ ਜਿਹੜਾ ਨਾ ਬਹੁਤ ਬਲੀ ਹੈ, ਯੋਧਾ ਵੀ ਹੈ, ਸੂਰਵੀਰ ਹੈ, ਰਾਜਾ ਵੀ ਹੈ, ਭਗਤੀ ਵੀ ਹੈ, ਰਾਖਸ਼ ਵੀ ਹੈ। ਜਦੋਂ ਬੜੀ ਦੇਰ ਤੱਕ ਇਹ ਸਭ ਚੱਲਦਾ ਰਿਹਾ ਨਾ, ਇੰਨੇ ਨੂੰ ਮੁਲਤਾਨ ਇਲਾਕੇ ਦੇ ਵੱਡੇ ਵੱਡੇ ਜਿਹੜੇ ਲੀਡਰ ਸਨ, ਰਾਜੇ ਸੀ, ਇਹਨਾਂ ਦੇ ਨਾਲ ਦੇ ਰਾਖਸ਼ ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਅੱਜ ਇਹ ਇਕੱਲਾ ਫਸ ਗਿਆ, ਇਹਨੇ ਬਚਣਾ ਹੈ ਨਹੀਂ। ਕਿਉਂਕਿ ਇੰਨੀ ਸਿਕਿਉਰਿਟੀ ਚੀਰ ਕੇ ਆਉਣ ਦੀ ਲੋੜ ਨਾ ਪਈ ਉਹਨੂੰ। ਉਹ ਥੰਮ ਚੋਂ ਹੀ ਨਿਕਲ ਕੇ ਆ ਗਿਆ, ਖੁਸਾ ਦਾ ਨਾਮ। ਰੌਲਾ ਪਿਆ, ਹਾਹਾਕਾਰ ਮੱਚੀ, ਲੋਕ ਆਪਣੀ ਜਾਨ ਬਚਾਉਣ ਵਾਸਤੇ ਭੱਜਣ ਲੱਗ ਪਏ। ਇੱਧਰ ਜਦੋਂ ਹਿਰਣਕਸ਼ਿਪ ਨੇ ਮੁੜ ਕੇ ਵੇਖਿਆ ਵੀ ਮੇਰੀ ਸਭਾ 'ਚ ਜਿਨ੍ਹਾਂ ਦੇ ਸਿਰ ਤੇ ਮੈਂ ਡੀਂਗਾ ਮਾਰਦਾ ਸੀ ਕੋਈ ਵੀ ਨਹੀਂ ਲੱਭਿਆ, ਭੱਜ ਗਏ ਸਾਰੇ। ਪਰ ਉਹਨੂੰ ਇਹ ਲੱਗਿਆ ਚੱਲ ਕੋਈ ਨਹੀਂ, ਜੇ ਦੁਨੀਆ ਭੱਜ ਗਈ ਤਾਂ ਕੀ ਹੋਇਆ, ਇਹੋ ਜੇ ਦੋ ਗਲੇ ਨੂੰ ਮੈਂ ਇਕੱਲਾ ਹੀ ਬੜਾ। ਉਹ ਦੋ ਗਲਾ ਹੀ ਦੱਸਦਾ ਸੀ ਵੀ ਨਾ ਤੂੰ ਬੰਦਾ ਨਾ ਤੂੰ ਜਾਨਵਰ, ਵਿੱਚ ਵਿਚਾਲੇ ਜੇ ਤੁਰਿਆ ਫਿਰਦਾ। ਧਮਕੀਆਂ ਮਾਰ ਮਾਰ, ਗੁੱਸਾ ਖਾ ਖਾ ਕੇ ਨਰਸਿੰਘ ਉੱਤੇ ਤਲਵਾਰਾਂ ਦੇ ਵਾਰ ਕਰਦਾ ਏ। ਇਹ ਛਿਨ ਸਭਾ ਦਵਾਰ ਕੇ ਥਾਨਾ ਧਾਰ ਉਰੂ ਪਰ ਸ੍ਰੀ ਭਗਵਾਨਾ। ਆਖਰਕਾਰ ਨਰਸਿੰਘ ਨੇ ਨਾ ਬੜੀ ਚਲਾਕੀ ਦੇ ਨਾਲ ਪੁੱਠੀ ਛਾਲ ਉੱਪਰ ਦੀ ਮਾਰੀ ਹਿਰਣਕਸ਼ਿਪ ਨੇ, ਜਿਹਦੇ ਹੱਥ 'ਚ ਤਲਵਾਰ ਤੇ ਢਾਲ ਫੜੀ ਸੀ। ਕਹਿੰਦੇ ਪਿੱਛੋਂ ਆ ਕੇ ਨਾ ਜੱਫੀ ਪਾ ਲਈ, ਪਾ ਕੇ ਜੱਫੀ ਚੁੱਕ ਕੇ, ਜਿਵੇਂ ਡੱਡੂ ਨੂੰ ਚੁੱਕ ਕੇ ਜਾਂਦਾ ਨਾ ਬਗਲਾ, ਮੁੱਖ ਦਰਵਾਜ਼ੇ ਤੇ ਜਿੱਥੇ ਦਰਬਾਨ 'ਚ ਹੀ ਖੜੇ ਸੀ ਚੱਕ ਕੇ ਉੱਥੇ ਲੈ ਆਇਆ। ਖੁਸਾ ਦਾ ਨਾਮ ਉੱਥੇ ਲੈ ਆਇਆ। ਫੇਰ ਉਸ ਵੇਲੇ ਹਿਰਣਕਸ਼ਿਪ ਪੁੱਛਦਾ ਤੂੰ ਕੌਣ ਹੈ? ਕਹਿੰਦੇ ਮੈਂ ਵਿਸ਼ਨੂੰ, ਮੈਂ ਰੱਬ, ਮੈਨੂੰ ਪਰਮਾਤਮਾ ਕਹਿੰਦੇ ਆ, ਮੈਂ ਹਾਂ ਪ੍ਰਹਿਲਾਦ ਦਾ ਪਿਤਾ। ਉਹ ਕਹਿੰਦਾ ਇੱਕ ਵਾਰੀ ਛੱਡ ਤੇ ਸਹੀ ਤੈਨੂੰ ਮੈਂ ਦੱਸਦਾ। ਖੁਸਾ ਦਾ ਨਾਮ ਇੰਨਾ ਬਲ ਹੈ ਉਹ 'ਚ, ਹਜੇ ਵੀ ਨਹੀਂ ਡਿੱਗਦਾ। ਪਰ ਪ੍ਰਭੂ ਜੀ ਨੇ ਬਾਹਾਂ ਤੋਂ ਫੜਿਆ, ਹੁਣ ਛੱਡਣ ਦਾ ਮੌਕਾ ਨਹੀਂ ਦਿੱਤਾ, ਇੰਨਾ ਕੁ ਝੰਜੋੜਦਾ। ਉਹਦੇ ਹੱਥ 'ਚੋਂ ਤਲਵਾਰ ਡਿੱਗ ਪਈ, ਇੰਨੀ ਜ਼ੋਰ ਦੀ ਘੁੱਟਿਆ, ਦੂਜੇ ਹੱਥ 'ਚੋਂ ਢਾਲ ਵੀ ਡਿੱਗ ਪਈ। ਪੱਟਾਂ ਤੇ ਰੱਖ ਲਿਆ, ਦਰਵਾਜ਼ੇ 'ਚ ਲੈ ਕੇ ਬਹਿ ਗਏ। ਸਮਾਂ ਸਮਾਪਤ ਹੈ।
ਜਿਵੇਂ ਜਿਵੇਂ ਜੋ ਕੁਝ ਹੋਏਗਾ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।